ਨਹੀਂ ਕੀਤਾ ਰਿਸ਼ਵਤ ਜਿਸ ਖੋਰ ਮਿਲਾਵਟ ਬੰਦੇ ਦਾ ਵਾਲੀ ਕੌਮ ਨਬੂਵਤ ਦਾ ਸਾਰੀ ਦਾਅਵਾ ਹੀ ਨਹੀਂ ਹੈ ਇਮਾਨ ਤੁਸੀਂ ਉਹਨੂੰ ਨਬੀ ਲਾਨਤ ਹੈ ਬਣਾਇਆ ਤੁਹਾਡੇ ਤੇ, ਲਾਨਤ ਲਾਨਤ ਤੁਹਾਡੇ ਅੱਲਾਹ ਹੈ, ਤੇ ਲਾਨਤ। ਉਹ ਲੋਟੇ ਜਿਹੜੇ ਮਿਲਾਵਟ ਕਰਦੇ ਹੋ, ਰਿਸ਼ਵਤਾਂ ਲੈਂਦੇ ਹੋ, ਹਰਾਮਖੋਰੀਆਂ ਕਰਦੇ ਹੋ, ਨਿੱਕੇ ਹੁਣ ਬੱਚੇ ਨਾਲ ਉੱਧਰ ਜ਼ਨਾ ਪਵੋ। ਕਰਦੇ ਹੋ, ਤੁਸੀਂ ਲੋਕਾਂ ਨੂੰ ਦੀਨ ਦੱਸਣਾ ਤੇ ਉਹ ਨਿਦਾ ਨਾਸਰ ਨਾ ਕੀ ਕਰਵਾਇਆ ਉਹ ਇੱਕ ਜੇ ਜ਼ਨਾ ਤੁਹਾਡੇ ਦੀ ਹਰ ਘਰ ਤੇਰੇ ਆਪਣੇ ਘਰ ਨਿਦਾ ਨਾਸਰ ਹੋਣੀ ਹੈ, ਆਪਣੀ ਨਿਦਾ ਨਾਸਰ ਨੂੰ ਦੇਖ ਜਾ ਕੇ। ਤੁਸੀਂ ਫਿਰ ਕਿਉਂ ਕਹਿੰਦੇ ਹੋ ਕਿਸੇ ਦੇ ਉੱਤੇ ਇਲਜ਼ਾਮ ਤਰਾਸ਼ੀ ਕਰਦੇ ਹੋ ਬੇ ਕਿਸੇ ਨਾਲ ਗੱਲ ਕਰਨੀ ਹੈ ਨਾ, ਦਲੀਲ ਨਾਲ ਕਰੀ ਦੀ, ਸ਼ੋਰ ਨਹੀਂ ਪਾਈਦਾ। ਮਲਕ ਸਾਹਿਬ ਤੁਸੀਂ ਹਜ਼ਰਤ ਈਸਾ ਅਲੈਹਿਸਲਾਮ ਨੂੰ ਅੱਜ ਝੂਠਾ ਨਬੀ ਨਹੀਂ ਕਿਹਾ। ਹੁਣ ਮੇਰੀ ਗੱਲ ਸੁਣੋਗੇ, ਹੁਣ ਗੱਲ ਮੇਰੀ ਵੀ ਸੁਣ ਲਓ। ਗੱਲ ਕਰਨ ਟਾਈਮ ਨਾ ਸੋਚਿਆ ਕਰੋ, ਸਮਝਿਆ ਕਰੋ, ਸ਼ਰਮ ਆਣੀ ਚਾਹੀਦੀ ਹੈ ਇਨਸਾਨ ਨੂੰ ਕਿ ਮੈਂ ਕਿਹੜੀ ਬਕਵਾਸ ਯਾਦ ਕਰਨਾ ਪਿਆ ਵਾਂ। ਉਹ ਬੇਹਯਾਵਾਂ, ਇੱਕ ਸਿਰ ਵਿੱਚ ਅਕਲ ਹੁੰਦੀ ਹੈ, ਉਹਨੂੰ ਇਸਤੇਮਾਲ ਵੀ ਕਰੀਦਾ। ਹੈਲੋ ਹੁਸੈਨੀ ਸਾਹਿਬ, ਸਾਰੇ ਹੀ ਇੱਥੇ ਜਾਹਲ ਤੁਸੀਂ ਵੀ ਵਿੱਚ ਹੀ ਹੋ। ਜਿਹੜਾ ਵੀ ਜਾਲਤ ਕਰੇਗਾ ਉਹ ਜਾਹਿਲ ਹੋਗਾ। ਇੱਕ ਮਿੰਟ ਅਲੀ ਸਾਹਿਬ, ਪਹਿਲੇ ਸ਼ੁਕਰੀਆ ਅਦਾ ਕਰ। ਮਲਕ ਸਾਹਿਬ ਨੇ ਕਿਹਾ ਵੀ ਤੁਸੀਂ ਜਾਹਿਲ ਹੋ, ਅੰਧੇ ਹੋ ਤੇ ਬੇਹਯਾ ਹੋ, ਇਹਦੇ ਵਾਸਤੇ ਮੈਂ ਸ਼ੁਕਰੀਆ ਅਦਾ ਕਰਦੇ ਆ। ਬਾਕੀ ਗੱਲ ਮੈਂ ਸ਼ੁਕਰੀਆ ਮਨਜ਼ੂਰ ਕੀਤਾ, ਕਬੂਲ ਕੀਤਾ। ਹੁਣ ਉਹਨਾਂ ਨੇ ਇੱਕ ਗੱਲ ਕੀਤੀ ਹੈ ਕਿ ਤੂੰ ਈਸਾ ਅਲੈਹਿਸਸਲਾਮ ਨੂੰ ਝੂਠਾ ਕਿਹਾ ਹੈ। ਹੁਣ ਸੁਣ ਲਓ ਗੱਲ ਕੀ ਹੋਈ ਹੈ। ਇਹ ਤੇ ਯਾਰੀਆਂ ਮਾਰਨ ਆਏ ਨੇ ਨਾ, ਤੂੰ ਯਾਰੀਆਂ ਤੋਂ ਇਲਾਵਾ ਇਹਨਾਂ ਨੂੰ ਆਂਦੇ ਹੀ ਕੁਛ ਨਹੀਂ, ਨਾ ਇਲਮ ਦੀ ਨਾ ਅਕਲ ਦੀ ਗੱਲ ਕਰਨੀ। ਹਲਾ ਬਸ ਠੀਕ ਹੈ, ਅਸੀਂ ਜਿੱਤ ਗਏ। ਗਾਲਾਂ ਕੱਢੀਆਂ ਦੋ ਚਾਰ, ਬੁਰਾ ਭਲਾ ਕਿਹਾ, ਤੁਸਾਂ ਨੇ ਫਲਾਨ ਕਰ ਦੀ, ਤੁਸਾਂ ਨੇ ਸ਼ਾਤਮੀਅਤ ਕਰ ਦਿੱਤੀ, ਗੱਲ ਖਤਮ। ਮਸੀਹ ਜਿਹੜੇ ਸਨ ਉਹਨਾਂ ਨੇ ਜਿਹੜੇ ਮੇਰੇ ਨਾਲ ਉਹਨਾਂ ਦੀ ਗੱਲ ਹੋਈ, ਉਹਨਾਂ ਨੇ ਕਿਹਾ ਮਿਰਜ਼ਾ ਜਿਹੜਾ ਸੀ ਤੋਬਾ ਨੌਜ਼ਬਿल्ला ਕਜ਼ਾਬ ਸੀ, ਝੂਠਾ ਸੀ। ਮੈਂ ਕਿਹਾ ਕੋਈ ਝੂਠ ਸਾਬਤ ਕਰੋ ਨਾ, ਕਿਸਾ ਝੂਠਾ ਸੀ। ਉਹ ਕਹਿ ਰਹੇ ਜੀ ਮੈਂ ਤੇ ਸ਼ਰੀਅਤ ਵਾਲਾ ਨਬੀ ਹਾਂ, ਤੇ ਉੱਥੇ ਉਹ ਇਨਕਾਰ ਕਰ ਰਹੇ ਨੇ। ਮੈਂ ਕਿਹਾ ਮਿਰਜ਼ਾ ਸਾਹਿਬ ਤੇ ਕੋਈ ਸ਼ਰੀਅਤ ਨਹੀਂ ਆਈ, ਉਹ ਸ਼ੋਸ਼ਾ ਵੀ ਨਾ ਉਹਨਾਂ ਨੂੰ ਕੁਰਾਨ 'ਚ ਵਧਾਇਆ ਨਾ, ਇਹ ਘਟਾਇਆ ਹੈ। ਹੁਣ ਮੈਂ ਤੁਹਾਡੇ ਨਬੀ ਦੀ ਗੱਲ ਕਰਸਾਂ, ਜਿਹੜੇ ਤੁਸੀਂ ਉਹਨਾਂ ਦੇ ਅਕੀਦੇ ਬਣਾ ਕੇ ਬੈਠੇ, ਜਿਸ ਅਕੀਦੇ ਨਾਲ ਤੁਸੀਂ ਮੰਨਦੇ ਹੋ ਅਕੀਦਾ ਝੂਠਾ ਹੈ, ਇਹਦਾ ਮਤਲਬ ਸੁਣਨਾ ਸਮਝਿਆ ਮੇਰਾ ਕੀ ਗੁਨਾਹ ਹੈ। ਈਸਾ ਅਲੈਹਿਸਸਲਾਮ ਅੱਲਾ ਦੇ ਸੱਚੇ ਨਬੀ ਰਸੂਲ ਸਨ, ਉਸ ਵਿੱਚ ਇੱਕ ਵਾਲਦਾ ਸਵਾ ਹਿੱਸਾ ਵੀ ਸਨ, ਕੋਈ ਡਾਊਟ ਨਹੀਂ ਹੈ, ਸ਼ੱਕ ਨਹੀਂ। ਸਾਡਾ ਈਮਾਨ ਮੁਕੰਮਲ ਹੀ ਨਹੀਂ ਹੈ ਜਿਲੇ ਤੇ ਉਹਨਾਂ ਤੇ ਈਮਾਨ ਨਾਲ। ਲੇਕਿਨ ਕੋਈ ਉਹਨਾਂ ਨੂੰ ਅੱਲਾ ਦੇ ਬੇਟਾ ਅਗਰ ਬਣਾ ਲੈਂਦਾ, ਮੈਂ ਕਹਿੰਦਾ ਜਿਹਨੂੰ ਬੇਟਾ ਬਣਾਓ, ਬੇਟਾ ਝੂਠਾ ਹੈ, ਬੇਟਾ ਤੇ ਨਹੀਂ ਹੋ ਹੀ ਨਹੀਂ ਸਕਦਾ। ਉਹਨੂੰ ਤੁਸੀਂ ਬਣਾਇਆ ਤੇ ਉਹ ਤੇ ਅੱਲਾ ਤੇ ਨਹੀਂ ਬੇਟਾ। ਮਲਕ ਸਾਹਿਬ ਇੱਥੇ 1 ਮਿੰਟ ਰੁਕ ਜਾਓ, 1 ਮਿੰਟ ਨਹੀਂ 1 ਮਿੰਟ ਠਹਿਰ ਜਾਓ 1 ਮਿੰਟ। ਇੱਥੇ ਅਗਰ ਮੈਂ ਝੂਠਾ ਵਾਂ ਤੇ ਮੈਂ ਕੁਰਾਨ ਦੀ ਕਸਮ ਚੁੱਕਣਾ ਵਾਂ, ਤੇ ਇੱਥੇ ਮੈਂ ਤੋਬਾ ਨੌਜ਼ੁਬਿल्ला ਇੱਥੇ ਮੈਂ ਝੂਠਾ ਹੋਵਾਂਗਾ ਕਿ ਕੁਰਾਨ ਝੂਠਾ ਹੋਏਗਾ? ਇਹ ਮੈਨੂੰ ਦੱਸੋ। ਉਹ ਗੱਲ ਸੁਣ ਲਓ ਭਾਈ, ਨਹੀਂ ਮਲਕ ਸਾਹਿਬ ਤੁਹਾਡੀ ਮਿਸਾਲ ਗਲਤ ਹੈ। ਤੁਸੀਂ ਹਜ਼ਰਤ ਈਸਾ ਅਲੈਹਿਸਸਲਾਮ ਦੇ ਮੁਹਤਾਜ ਬੰਦੇ ਅੱਜ ਕੁਰਾਨ ਚੁੱਕਣਾ ਤੇ ਕੁਰਾਨ ਝੂਠਾ ਹੈ ਤੇ ਮੈਂ ਝੂਠਾ ਹਾਂ, ਇਹ ਕਿਹੜੀ ਯਾਰੀਆਂ ਮਾਰ ਰਹੇ ਹੋ? ਕੋਈ ਅਕਲ ਦੀ ਗੱਲ ਕਰੋ। ਨਹੀਂ 1 ਮਿੰਟ ਮਲਕ ਸਾਹਿਬ, ਤੁਹਾਨੂੰ ਮੈਂ ਮਿਸਾਲ ਦਿੱਤੀ ਹੈ, ਪਰ ਚੰਗੀ ਮਿਸਾਲ ਦਿੱਤੀ ਨੇ। ਕੁਰਾਨ ਝੂਠਾ ਹੈ, ਮੈਂ ਕਹਿ ਰਿਹਾ ਮੈਂ ਝੂਠਾ ਹੋਏਗਾ। ਅਗਰ ਝੂਠਾ ਤੇ ਕੁਰਾਨ ਝੂਠਾ ਹੈ, ਕਸਮ ਚੁੱਕਣ ਵਾਲਾ ਝੂਠਾ ਹੋਏਗਾ। ਉੱਥੇ ਅਗਰ ਜਿਹੜੇ ਕ੍ਰਿਸਚੀਅਨ ਲੋਕ ਨੇ, ਅਗਰ ਉਹ ਹਜ਼ਰਤ ਈਸਾ ਅਲੈਹਿਸਸਲਾਮ ਦੇ ਬਾਰੇ 'ਚ ਗਲਤ ਰੱਖਦੇ ਨੇ ਅਕੀਦਾ, ਤੇ ਇਹਦੇ ਵਿੱਚ ਹਜ਼ਰਤ ਈਸਾ ਅਲੈਹਿਸਸਲਾਮ ਦਾ ਕੋਈ ਕਸੂਰ ਨਹੀਂ, ਇਹਦੇ ਵਿੱਚ ਉਹਨਾਂ ਦਾ ਕਸੂਰ ਹੈ ਜਿਹੜੇ ਅਕੀਦਾ ਰੱਖਦੇ ਨੇ। ਜਿਵੇਂ ਤੁਸੀਂ ਹੋ ਇੱਥੇ ਮਿਰਜ਼ਾ ਸਾਹਿਬ ਦਾ, ਮੈਂ ਕਹਿੰਦਾ ਮਿਰਜ਼ਾ ਸਾਹਿਬ ਦਾ ਇੱਕ ਰਤੀ ਬਰਾਬਰ ਵੀ ਕਸੂਰ ਨਹੀਂ, ਤੁਹਾਡਾ ਕਸੂਰ ਹੈ। ਬਹੁਤ ਆਲਾ ਕਿਸਮ ਦੀ ਤਕਰੀਰ ਕਰਦੇ ਹੋ, ਬਹੁਤ ਆਲਾ। ਮੈਂ ਇੱਥੇ ਤੁਹਾਡਾ ਕਸੂਰ ਹੈ, ਮਿਰਜ਼ਾ ਸਾਹਿਬ ਦਾ ਕਸੂਰ ਨਹੀਂ। ਬਹੁਤ ਆਲਾ ਤਕਰੀਰ। ਹੋਰ ਕੋਈ ਦੱਸੋ, ਹੋਰ ਸਾਡੇ ਕੀ ਖਾਮੀਆਂ? ਸਾਰੀ ਖਾਮੀਆਂ ਦੀ ਨਿਸ਼ਾਨਦੇਹੀ ਕਰ ਦੋ ਈਮਾਨ ਵਾਲਿਓ। ਅਗਰ ਮੇਰੀ ਇੱਕ ਗੱਲ ਵੀ ਗਲਤ ਹੈ ਤੇ ਸਾਰੇ ਬੰਦੇ ਬੈਠੇ ਨੇ ਮੇਰੇ ਸਿਰ 'ਚ ਜੁੱਤੀਆਂ ਮਾਰੋ। ਅਗਰ ਮੇਰੀ ਗੱਲ ਇੱਕ ਵੀ ਗਲਤ ਹੈ ਤੇ ਜੁੱਤੀਆਂ ਜ਼ਰੂਰ ਮਾਰਦਾ, ਦੂਰ ਹੋ। ਹੁਣ ਮੈਂ ਕਿਸ ਤਰ੍ਹਾਂ ਮਾਰਾਂ? ਹੁਣ ਵੀ ਮਾਰਦੇ ਹੋ ਤੁਸੀਂ, ਇਹ ਨਬੀਆਂ ਦੇ ਭੁਗਤਾਨ ਬੰਨ ਦਿੰਦੇ ਹੋ, ਸਾਡੇ ਸਿਰ 'ਚ ਜੁੱਤੀਆਂ ਮਾਰਨ ਵਾਲੀ ਗੱਲ ਹੈ। ਹੋਰ ਕੀ ਕਰਨਾ ਜੇ? ਗੱਲ ਤੁਸੀਂ ਨੇ ਸੁਣਨੀ ਹੈ ਜਾਂ ਗੱਲ? अस्सलामु अलैकुम व रहमतुल्लाहि व बरकातहू। ਵਾਲੈकुम अस्सलाम। ਅਲੀ ਹਕ ਸਾਹਿਬ, ਤੁਸੀਂ ਕੀ ਮਤਲਬ ਕਿ ਮੈਨੂੰ ਤੁਹਾਡਾ ਮੁਕੱਦਮਾ ਸਮਝ ਨਹੀਂ ਆਇਆ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਮਿਰਜ਼ਾ ਸਾਹਿਬ ਨੇ ਨਬੂਵਤ ਦਾ ਦਾਵਾ ਨਹੀਂ ਸੀ ਕੀਤਾ? ਨਾ ਬਿਲਕੁਲ ਨਹੀਂ ਕੀਤਾ। ਹੁਸੈਨੀ ਸਾਹਿਬ ਪਲੀਜ਼, ਜਿਹੜੀਆਂ ਮੈਂ ਤੁਹਾਨੂੰ ਤਹਿਰੀਰਾਂ ਭੇਜੀਆਂ ਹਕੀਕਤੁਲ ਵਹੀ ਦੀਆਂ ਪੜ੍ਹ ਕੇ ਸੁਣਾ ਓ ਸਕਦੇ? ਯਾਰ ਇਹਨਾਂ ਨੂੰ ਹਕੀਕਤੁਲ ਵਹੀ ਵਿੱਚ ਉਹਨਾਂ ਜਾ ਕੇ ਦਾਵਾ ਕਰਨਾ ਆਇਆ। ਰਾਣਾ ਸਾਹਿਬ ਕੀ ਕਰਦੇ ਹੋ ਖਾਮਖਾ? ਮਤਲਬ ਕਿ ਉਹ ਝੂਠੀਆਂ ਤਹਿਰੀਰਾਂ ਲਿਖੀਆਂ ਹੋਈਆਂ ਜਿਹੜੀਆਂ ਉਹਨਾਂ ਦੇ ਨਾਮ ਨਾਲ ਮਨਸੂਬ ਹੋਈਆਂ ਨੇ, ਜਿਹੜੀਆਂ ਉਹਨਾਂ ਨੇ ਅੰਜਾਮੇ ਹੱਥ ਵਿੱਚ ਲਿਖੀਆਂ ਨੇ, ਉਹ ਨਾ ਪੜ੍ਹ ਕੇ ਸੁਣਾ ਦਿਆਂ। ਨਹੀਂ ਮਿਰਜ਼ਾ ਸਾਹਿਬ ਦੀ ਤਹਿਰੀਰਾਤ, ਸੁਣਾ ਦਿਆਂ। मिर्जा साहब की तहरीरात वो मानी जाएंगी जो उनके मुखालफिन बताएंगे, जो उनके ईमान लाने वाले उनके पास इख्तियार थोड़ी है भाई।
جو ان کے مخالفین ہیں نا, جو ان کو نہیں مانتے ہیں, وہ بتائیں. روحانی خزائن جلد نمبر 3 دا جڑا شروع دے حصہ ہے نا, جتھے وہ تعارف لکھیا ہوا ہے, اوتھے جماعت نے حضرت مسیح علیہ السلام دے تمام دعوے لکھ دیتے نے, اور اوتھے یہ بھی لکھیا ہوا ہے کہ کس زمانے چ حضرت مسیح علیہ السلام دا عقیدہ ہے سی کہ میں نبی نہیں ہاں, لیکن اس تو بعد انہوں نے پھر جدو اللہ تعالیٰ نے دسیا پھر انہوں نے اپنے آپ نبی ہون دا بھی کیا. لیکن علی اق صاحب ایتھے وہ گل ہو رہی ہے کہ جدو رسول کریم صلی اللہ علیہ وسلم نے جدو یہودی کہندے ساڈا نبی بڑا تہاڈا نبی چھوٹا, تے رسول کریم نے منع کیتا صحابہ نو کہ تسی اس طرح نہ کہو. ایتھے وہ گل ہو رہی ہے جدو بعد چ رسول کریم نے دعویٰ کرتا زیادہ بڑے ہونے دا دعویٰ کرتا یا کتاب بھی آ گئی, او دے بعد دا عقیدہ نہیں دس رہے نا. جو مرزا صاحب نے پہلو کیا او دے تے بلیو کرنے جڑا بعد چ انہوں نے اینڈ تے لکھیا وہ نہیں دس رہے. انی گل ہے صرف, کیونکہ جڑا بھی نبی آیا بتدریج دعویٰ کیتا ہولی ہولی اتنے گئے جی رسول کریم گئے نے, اسی طرح ہی کوئی لوڑا نہیں. اینڈ تے جڑا مرزا صاحب دا ہے جی عقیدہ کہ اللہ نے مینوں نبی کہہ کے پکاریا ہے, اس تو بعد کی اور تانوں بعد دلیل چاہیے. جڑا پہلا عقیدہ ہے تے شروع چ اللہ نے نہیں انہوں نے نبی کہہ کے پکاریا. شروع سے جس طرح رسول کریم نو مطلب کہ کیا جنا درجات نہیں سی دسے انہوں نے, اسی طرح انہوں نے بھی نہیں سی دسے. رانا صاحب نہیں حسینی بھائی, ایک منٹ رانا صاحب نظر گل کرنی. رانا بھائی نے مجھے ایک سوال کا جواب دے دیں. جب اللہ تعالیٰ نے محمد صلی اللہ علیہ وسلم کو پہلی وحی کی تھی, اس کے بعد وہ آئے تھے اور کتنے عرصہ ان کی ہوش طبیعت خراب ہو گئی, پھر حضرت عائشہ میرے خیال میں کہ حضرت خدیجہ تھی, حضرت خدیجہ انہیں لے کے گئیں ایک یہودی عالم کے پاس, اور یہودی عالم کے پاس جا کے وہ بات بیان کی گئی تو انہوں نے ان کو بتایا کہ تو محمد صلی اللہ علیہ وسلم کو کیوں نہیں اللہ نے بتایا تھا. اس یہودی نے کہا جو نشانیاں آپ بتا رہے ہو جو آپ نبی ہو. ہاں یہ نبی نے نشانیاں اللہ نے نہیں دسے. نہیں یہ حدیث وہ ضعیف ہے, اس کا نہیں. نہیں, طاہر امجد نے ضعیف فرما دیا, اب کیسے وہ ٹھیک ہو سکتی ہے؟ بالکل ضعیف ہے جی. جو چیز سامنے ریکارڈ ہے جو آپ کے عقیدوں کو نہیں اچھی لگتی, میرے والوں تو ساری حدیثاں جھوٹیاں نے. تسی نماز بھی ایویں اٹھ بیٹھا کر دے کیوں کرتے ہو؟ یہ کیوں نہ پڑھو, ساری ضعیف نے. جو حدیث ہے نا سب جھوٹ ہے, میں تو بلیو کرتا ہوں اس چیز سے. ہوں تو حدیث کے مطابق کوئی گل نہیں کرنی, یا ایک نہیں صحیح یا ساریاں صحیح نے. کی گل ہوئی نہیں اپنا دیکھو جی, دیکھو ایک منٹ میری میں گل کر لگا. جدو تسی ایک بندہ جھوٹ بولدا ہے نا, وہ کسی گل تے بھی یقین نہیں کیتا جاندا, یا سچا ہے یا جھوٹا, وہ دو چکر نہیں ہے. وہ ایک گل کہندا تہاڈے مافق آپ مان لیندے ہو, ایک گل تہاڈے مافق نہیں ہے وہ ضعیف ہو جاندی ہے. بڑے منہ یہ سچے دے اتنے ہی. اور نہیں رانا صاحب, یہ تے دسو طاہر صاحب ہے تے دسو کہ یہ جڑا آندا ہے کہ قرآن مجید وچ وجد کذالن فادا, یہ دسو کہ اس تو پہلے نبی صلی اللہ علیہ وسلم نہیں سی پتا کہ وہ نبی ہیں؟ نا یہ نہیں ماننا رانا صاحب گل ہے کہ یہ تسی اس طرح کہہ رہے ہو کہ اگر دنیا دے وچ کوئی جھوٹا ہے یہ مطلب ہے کہ اس دنیا دے وچ کوئی سچا نہیں ہے. نہیں مطلب استدلال تو نہیں, انہوں نے بہت اچھی تحقیق کر دی کہ مرزا صاحب تو جھوٹے ہیں. یہ تو جو دوسرے سچے ہیں ان کے بارے میں ہے, مرزا صاحب جھوٹے ہیں, ان کا کوئی نبوت کا دعویٰ نہیں ہے, جھوٹا ہے. نہیں ملک صاحب ان سے پوچھیں, یہ بتائیں, یہ دیکھیں, یہ پوچھیں ان سے کہ یہ وجد کذالن فادا یہ کس کے لیے آیا ہے, کون ہے یہ؟ ہاں تو رانا صاحب میں آپ سے بات کر رہا تھا. دسو جی ملک صاحب آپ پوچھ لیں. نہیں, ان کے نے کہیں کہ قرآن کی کوئی آیت دے دے جس میں اللہ تعالیٰ نے محمد صلی اللہ علیہ وسلم کو مخاطب کر کے کہا کہ تم نبی ہو. ٹھیک ہے, میرے علم میں وہ تو ورقہ بن نوفل نے کیا نا. نہیں ٹھیک ہے اگر وہ صحیح نہیں. رانا صاحب آپ جو استدلال دے رہے ہیں نا, آپ یہ بات کر رہے ہیں کہ یا ساری حدیثیں مانو اور یا پھر ساری چھوڑ دو. یہ آپ کا میرا خیال نام رانا نہیں ہے, آپ تو ملک نہیں ہے. چھوٹا سا سوال بھی آپ ملک کمان نہیں ہے, آپ رانے ہیں. نہیں, چھوٹا سا ایک سوال بھی میں بھی نہیں رانا صاحب سے میں بات کر رہا ہوں نا. رانا صاحب سے تو آپ کر رہے ہیں نا, میں ایک چھوٹا سا سوال ایڈ کر رہا ہوں, پھر آپ ان سے بات کر لینے دینا, اس کے بعد آپ سے بات کر لوں. رانا صاحب میرے لیے امپورٹنٹ ہے کہ رانا صاحب
مرزا صاحب نے حدیثوں کا کیا معیار یار میں کیا؟ رانا سارے صاحب سے دعووں میں بات چھچا کرنے مانتا کی ہوں، چھچا تو مانتے ہیں آپ، اجازت دیں چھچائی گے؟ کیا بتائیے مرزا اجازت صاحب دیں نے گے کہ رانا حدیثوں صاحب سے کا بات معیار کرنے کیا کی؟ بتایا ہے؟ اور رانا حدیثوں صاحب کا معیار کیا بتایا ہے؟ اجازت دیں گے؟ رانا صاحب نہیں، حدیثوں رانا کا صاحب یہ معیار آپ سے کیا بات بتایا کر کے رہے ساتھ ہیں، میں بتا مہربانی دیجیے۔ کریں گے؟ یہ آپ سے بات میں کر تو رہے ہیں، ان سے کروں گا، پوچھیں مہربانی کرے اجازت گا کریں؟ اجازت کہ دیں گے؟ آپ کی علم ہمیں نہیں چاہیے۔ مرزا نہیں غلام احمد علیہ السلام نے اپنے حدیثوں کا معیار کیا بتایا ہے پرکھنے کا، وہ بتا دیجیے۔ ملک عوان ملک صاحب عوان ایک صاحب منٹ آپ کھلو کان بھی بند کر جاؤ، لیں، مجھے ایک رانا منٹ صاحب سے بندہ بات جو تسی کھلو جاؤ نال جڑا تواڈے حق وچ بولے اونوں کھلوا لو، پرسانگ اتنے لا نہیں دو۔ میں خلاف ہاں طاہر امجد صاحب دے بھی، لیکن طاہر امجد صاحب گل کر رہے نے رانا صاحب دے نال، ایک منٹ انہاں نوں گل کر لین دیو، ہاں ایک منٹ گل کرو۔ مہربانی تہاڈی۔ ہاں جی کرو گل، میری بھی آخری برکی ہے۔ ہاں ہاں رانا صاحب اس میں یہ ہوتے ہے کہ احادیث جو ہیں اس کی مختلف کیفیات ہیں، یہ ایک وسیع علم ہے، اور اس کے بعد اس میں کس طرح کون سی احادیث کلیکٹ کی گئی ہیں، کب ان کو منظم کیا گیا ہے، اس میں پھر یہ نہیں ہو سکتا کہ اگر ایک حدیث ضعیف ہے، موضوع ہے، یعنی من گھڑت ہے، اس کا مطلب ہے ساری حدیثوں کو رد کیا جائے۔ یہ ایک غیر فطرتی نہیں، ہن میری ایک گل سن لینا، جو رانا صاحب ایک منٹ گل تے انہاں دی پوری ہو لین دیو، تساں جڑا سوال میرے پتا کی نہیں نہ ہوئی انہاں دی گل پوری۔ علی حق صاحب ہوسٹ ہیں، رانا صاحب بات اس طرح نہ کریا کرو، مہربانی کریا کرو، اس طرح نہ کریا کرو، جدو اگلا بندہ تانوں کہے نہ کرو گل تے پھر کریا کرو گل۔ ہاں علی حق صاحب ہوسٹ ہیں، ان کی بات سنو۔ یار نہیں ملک عوان صاحب مہربانی اپنی گل مکمل کرو، ٹونی صاحب اپنی گل مکمل کرو جی۔ علی حق ٹھیک ہے، صاحب اب بات کریں نا یار رانا صاحب، تانوں تعارف کی نہیں لوڑ نا، تسی گل کرو۔ ہاں ٹونی گل کر تو کوئی گل نہیں، کوئی گل نہیں، کر تو کیا ہے نہیں، میں یہ کہہ رہا کہ مطلب جڑے نا ایک بعض معاملات ایسے ہوندے نے جنہوں نوں اسی سویپنگ سٹیٹمنٹ نہیں دینی چاہیے، اس نال اپنا نقصان کر بیٹھتے ہیں کہ اگر بعض احادیث غلط نے، ایدا مطلب ہے نہیں کہ تسی باقیاں نوں بھی رد کر دینا، کوئی رد کرنے دی وجہ ہونی چاہیے نا تہاڈے کول۔ ٹھیک ہے، میرے لیے میرے لیے اتنی بڑی وجہ ہے کہ حضرت عمر نے لٹر پلیٹ کی ابو ہریرہ دی، وہ 2 سال بندہ رہا ہے رسول کریم دی وفات تو پہلو نال، تے اونے انی پا دیتی ہر شے دی نا، لیکن کیونکہ او تہاڈے فیور تے آ، او تہاڈے لیے سچا ابو ہریرہ، بھاوے او لٹر کھا کے سچا ہویا ہے نا، او تہاڈے لیے سچا نا۔ نہیں بلیاں درے نہیں پے نا سرکار نو حضرت عمر کو درے پے نا انہوں، تے او دی کسی گل وچ تسی یقین کردے ہو تے مطلب حضرت عمر نو غلط کہن دے ہو نا۔ یار نہیں نہیں رانا صاحب اس طرح گرمی نہیں نا کھانی، گرمی کھا دینا۔ نہیں ادھر گرمی نہیں کھانا، دوجی گل ہے ٹونی کہ جدو تانوں کہتا کہ تہاڈے دین مکمل کر دیا گیا، میری سنت تے میرا قرآن تہاڈے کول ہے تے بس دیٹس اٹ۔ آ حدیثاں وچ کتھوں آ گئیاں جڑیاں پہلو ہے ہی نہیں سگیاں، یہ ہن بعد چ جی نہیں صحابہ ٹرانسفر ہو رہی سی، لوکی جانتے سی، وہ ٹرانسفر ہونے نوں 2.5 سال لگے نے، 250 سال، یہ 30 35 40 سال سے لکھیا جڑی جی ساریاں، کیوں 250 سال لگے حسینی صاحب گئی نے۔ جی جی اچھا حسینی صاحب، میرا ایک سوال ہے اور میں کر کے چلا جاؤں گا جی جی کہ یہاں پہ میں نے اکثر جو دیکھا ہے، جو ہو رہا ہے، جو ابھی بھی ہوا ہے، جی جی اب یہاں پہ مرزا صاحب نے جو ہے یہ 1892 میں جو کلا نوری صاحب کے ساتھ ان کا مناظرہ ہوا، جی اس کے اندر تحریر ان کی کتابوں میں موجود ہے کہ مرزا صاحب نے کہا کہ جہاں جہاں نبی کا لفظ آیا ہے، نبی میں نے لکھا ہے، اس کو کاٹا ہوا خیال کرے اور وہاں پہ محدث کر لے، یعنی کہ مرزا صاحب وہاں پہ اپنا دعوی نبوت کو انہوں نے واپس لے لیا، اگر ان کا کوئی دعوی نبوت تھا تو۔ یہ 92 کی میں بات کر رہا ہوں کہ 1892 وہاں پہ مرزا صاحب نے اپنے دعوے نبوت سے رجوع کر لیا، یا جو بھی آؤ سمجھ لیں، یا ان کا دعویٰ تھا ہی نہیں، وہاں پہ انہوں نے وضاحت کر دی کہ میرا دعویٰ صرف محدثیت کا ہے، نہ کہ نبوت کا۔ اب یہاں پہ جو کرتے ہیں یہ بات بار بار کہ رسول اللہ صلی اللہ علیہ وسلم نے، کیونکہ انہوں نے یہ کام کرنا ہوتا ہے نا کہ الزام جو ہے لٹانا ہوتا ہے رسول اللہ صلی اللہ علیہ وسلم پر، یہ کہتے ہیں کہ جو انہوں نے اپنے عقائد میں تبدیلی کر لی، کوئی ایک حوالہ ایسا پیش کرے کہ جہاں پہ رسول اللہ صلی اللہ علیہ وسلم نے یہ دعویٰ کیا ہو کہ یہ عقیدہ مجھے اللہ نے دیا تھا اور اب یہ عقیدہ میں چینج کر رہا ہوں، مجھے اس عقیدے کی سمجھ نہیں آئی تھی۔ کیونکہ برہان احمدیہ اگر آپ دیکھیں گے نا، برہان احمدیہ کو انہوں نے خدا سے الہام پا کے
इन्होंने खुदा से इल्हाम पाके वो मामूर होके सवाल करके तकरीर ਤੁਹਾਡੀ ਮੈਂ ਕਰ ਲੈਣਾ ਸਬਰ ਕਰੋ ਤੁਸੀਂ ਜਿਹੜੀ ਸਾਡੀ ਨਹੀਂ, ਤਕਰੀਰ ਕਰਨੀ ਯਾਰ ਚੁੱਪ ਤੇ ਕਰ ਜਾਓ ਮਲਕ ਸਾਹਿਬ ਰਾਣਾ ਸਾਹਿਬ ਮਿਊਟ ਲਾ ਲਓ ਯਾਰ तकरीर कर लेते हो एक सवाल करके चुप हो जाइदा ਉਹਦਾ ਜਵਾਬ अच्छा उन्होंने अब जवाब मेरा सवाल तो पूरा होने दो ना सवाल पूरा होने दो ਉਹਦਾ ਸਵਾਲ ਤੇ ਪੂਰਾ ਹੋ ਲੈਂਦੇ ਹੋ ਕਹਾਣੀਆਂ ਸ਼ੁਰੂ ਹੋ ਗਈਆਂ ਫਿਲਮਾਂ ਸ਼ੁਰੂ ਹੋ ਮਿਰਜ਼ਾ ਗਈਆਂ ਸਾਹਿਬ ਜਬ ਉਹ ਕਿ ਯਾਰ ਕਹਾਣੀਆਂ ਨਹੀਂ ਇਹ ਕਹਾਣੀਆਂ ਨੇ ਮਿਰਜ਼ਾ ਸਾਹਿਬ ਦੀਆਂ ਕਿਤਾਬਾਂ ਲਿਖੀਆਂ ਮਿਰਜ਼ਾ ਸਾਹਿਬ ਕਹਾਣੀਆਂ ਪਿੱਟੋ जबकि मिर्जा साहब का बरहाने अहमदिया लिखने के टाइम पे भी ये दावा था मिर्जा साहब का बरहाने अहमदिया लिखने के टाइम पे भी ये दावा था कि वो खुदा की तरफ से ममूर होके ये लिख रहे हैं और अल्लाह मल कुरान का उनके ऊपर इल्हाम हुआ था कि तुझे कुरान का ठाठे मारता हुआ समंदर अता किया गया है कुरान का फहम उनको दिया गया था फिर उन्होंने ये भी कहा कि ये जो किताब है इसके लिए फरिश्तों ने खड़े होके आवाजें लगाई हैं बनाने अहमदिया के लिए और फिर ये भी कहा कि ये किताब रसूलुल्लाह सल्लल्लाहु अलैहि वसल्लम पर पेश की गई है उन्होंने इस किताब की तस्दीक की है और उसी किताब के अंदर मिर्जा साहब ने लिखा कि ईसा अलैहिस्सलाम जिंदा है हयात ईसा का अकीदा दिया उसी किताब में उसके बाद 1891 में जाके उन्होंने इस अकीदे को तब्दील किया यानी कि जो पहला अकीदा दिया था वो भी इनको खुदा ने बताया था कि ये अकीदा है इसीलिए उन्होंने बरहाने अहमदिया में वो अकीदा लिखा हयात का और 1891 में जाकर वो अकीदा चेंज हुआ सवाल ये है कि जो आप शातिनियत करते हैं सल्लल्लाहु अलैहि वसल्लम पर आपने कहा कि रसूलुल्लाह सल्लल्लाहु अलैहि वसल्लम वो कौन से अकायद थे जो उन्होंने मिर्जा गुलाम अहमद कादियानी की तरह तब्दील किए और नबूवत का दावा भी तब्दील किया वो कौन से अकायद थे वो सामने रखे क्या बात है तकरीर बहुत अच्छी कर दी आपने चलो साहब अब आपकी तकरीर की बारी है लेकिन आपने इधर उधर सोचा भी आपने नहीं छोड़ा पानी पी लो की हो गया आपने मिर्जा साहब का एक शोशा भी नहीं छोड़ना और जवाब देना है बिल्कुल हुसैनी साहब अगर मिर्जा साहब हुसैनी साहब अगर तलत साहब एक शोशा भी इधर उधर हटे तो इनको अपने हटा दे नहीं थे मौजा ये तकरीर चुप कराओगे हुसैनी भाई सुन भी बड़ा मजा आ रहा है तकरीर भी नहीं कोई तकरीर नहीं की उन्होंने एक सवाल रखा है बड़ा अच्छा क्या सवाल है जी एक मिनट सबर क्या सवाल आपको समझ में आएगी अबू बकर मीर साहब ने जो बात कही है वो सुनी है आपने हाँ नहीं सवाल क्या है इसमें तो ये बता दे वो यही वो सुने नहीं दरमियान में आप शोर करते रहे ਚੁੱਪ ਕਰਕੇ ਸੁਣਨੀ ਨਹੀਂ ਕਿਸੇ ਦੀ ਗੱਲ ਤੇ ਤੁਹਾਨੂੰ ਸਵਾਲ ਉਹ ਖੇਡ ਸਾਡੀਆਂ ਖੱਕ ਸਮਝ ਪਿੱਟਣੀਆਂ ਸੁਣਨ ਤੇ ਨਹੀਂ ਆਏ ਇਹ ਤੇ ਪਿੱਟਣੀਆਂ ਤੁਹਾਡੇ ਬਾਪ ਦਾਦਾ ਪਿੱਟਦੇ ਤੁਰ ਗਏ ਤੁਸੀਂ ਪਿੱਟਣ ਸ਼ੁਰੂ ਹੋ ਗਏ मैं दादा जी मैं देखो जी जड़ी पिटने वाली गल है ना ਤੁਸੀਂ ਜਦੋਂ ਅਬਦੁੱਲਾ ਹਸਨ ਦੇ ਨਾਲ ਜਦੋਂ ਮੁਨਾਜ਼ਰਾ ਹੋਇਆ ਨਾ ਤੇ ਮਿਰਜ਼ਾ ਸਾਹਿਬ ਉਹ ਪਿਟਣਾ ਪਾਇਆ ਆਖਰੀ ਰਾਤ ਉਹਨਾਂ ਖੂਨ ਦੇ ਵਿੱਚ ਵਜ਼ੀਫੇ ਵੀ ਕਰ ਕਰਕੇ ਉਹਨਾਂ ਸਟਾਏ ਵਜ਼ੀਫੇ ਵੀ ਕਰ ਕਰਕੇ ਉਹਨਾਂ ਸਟਾਏ रही है ये तकरीर होने देखिए ਅਬਦੁੱਲਾ ਹਸਨ ਦੇ ਪੇਸ਼ ਗੋਈ ਦੀ ਆਖਰੀ ਰਾਤ ਸੀ ਤੇ ਅੱਜ ਲੱਗਦਾ ਸੀ ਕਿ ਮਰਈਆਂ ਦੇ ਘਰ ਮਾਤਮ ਹੋ ਰਿਹਾ हेलो जवाब लेना तकरीर बंद करो पहलो नहीं अल्लाह ताला ने रसूल करीम नु क्या तू अपने रिश्तेदार ਦੱਸੋ ਤੁਸੀਂ ਮਰਜ਼ੀ साहब आप अहमदी हैं नहीं आप मिर्जा साहब को नबी मानते हैं आप मिर्जा साहब को नबी मानते हैं नहीं तुसी मानते मिर्जा साहब नबी नहीं मैं मंदा नबी और ਜਿਹੜਾ ਮਿਰਜ਼ਾ ਸਾਹਿਬ ਨੂੰ ਨਬੀ ਮੰਨਦੇ ਨੇ ਉਹਨਾਂ ਨੂੰ ਜਵਾਬ ਦੇ ਦਿਓ ਤੁਸੀਂ ਆਉਂਦੇ ਵਾਲਾ ਵਿੱਚ ਜਵਾਬ ਦੇ ਕੇ मानता हूँ ਤੁਸੀਂ ਜਾਓ ਆਪਣਾ ਕੰਮ ਕਰੋ जिन्हों दर्द है सामने आ जाए रसूल जिसको दर्द है सामने आ जाए ਤੁਸੀਂ ਤੇ ਅੱਲਾਹ ਦੇ ਬੰਦੇ ਹੋ ਆਪਣੇ ਤੇਰੇ ਨੂੰ ਮੰਨਦੇ ਤੁਸੀਂ ਤੇ ਆਂਦੇ ਮੈਂ ਸ਼ੈਤਾਨ ਦਾ ਪੁਜਾਰੀ ਹਾਂ ਤੁਸੀਂ ਕੀ ਜਵਾਬ ਦੇਣਾ तू जिदो मिर्जा साहब नबी नहीं मानता तेरा की है कोने ते बारे गल करन दे ਰਾਣਾ ਸਾਹਿਬ ਤੁਸੀਂ ਆਂਦੇ ਹੋ ਕਿ ਮੈਂ ਸ਼ੈਤਾਨ ਦਾ ਪੁਜਾਰੀ ਹਾਂ ਤੇ ਤੁਸੀਂ ਕੀ ਜਵਾਬ ਦੇਣਾ ਤੁਸੀਂ ਸਾਈਡ ਦੇ ਜਿਹੜੇ ਨਬੀ ਮੰਨਦੇ ਨੇ ਉਹਨਾਂ ਨੂੰ ਜਵਾਬ ਦੇਣਾ शैतान दे पुजारी हो बेशरम जेड़े मिलावटा करते जना करते मैं शैतान ਦਾ ਪੁਜਾਰੀ ਹਾਂ ਪੁੱਛੋ ਇਹਨਾਂ ਨੂੰ ਮੈਂ ਉਹਨਾਂ ਦੀ ਆਡੀਓ ਪੇਸ਼ ਕਰ ਸਕਦਾ ਆਂਦੇ ਨੇ ਮੈਂ ਸ਼ੈਤਾਨ ਦਾ ਪੁਜਾਰੀ यार ਹਾਂ बुराई नंबर 1 ते ईमान विच भी नंबर 1 देखो कितनी अकल दी बात है दुनिया दी हर बुराई ਹੁਸੈਨੀ ਸਾਹਿਬ ਤੁਹਾਡੇ ਅੱਗੇ ਸਵਾਲ ਰੱਖ ਲਏ असली ईमान इन्हां दे ਸਵਾਲ ਦੀ ਸਮਝ ਆਈ ਜੇ ਤੇ ਠੀਕ ਹੈ ਇਸ ਤੋਂ ਦੁਬਾਰਾ ਸੁਣ ਲਓ ਉਹ ਮਲਕ ਸਾਹਿਬ ਤੁਹਾਨੂੰ ਤੁਹਾਡੇ ਉਹ ਗੈਰ ਸ਼ਰੀ ਨਬੀ ਦਾ ਵਾਸਤਾ ਜੇ ओ यार सवाल जरा करना ने
ਆਪਣੇ ਇੱਕ ਦੂਜੇ ਨੂੰ ਹੌਸਲਾ ਦੇਣੇ, ਇੱਕ ਤਕਰੀਰ ਕਰਕੇ ਅੱਲਾ 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 ਦੂਆ ਹੌਸਲਾ ਕਰ ਬੜੀ ਠੀਕ ਗੱਲ ਕੀਤੀ। ਉਹ ਸਵਾਲ ਤੁਹਾਡਾ ਕੀ ਹੈ, ਆਓ ਮੇਰੇ ਨਾਲ ਗੱਲ ਕਰੋ, ਸਵਾਲ ਕਰੋ। کرو جی اچھا حسینی صاحب حسینی صاحب میں نے سوال آپ کے سامنے رکھ دیے، آپ بہت ان کا اعلیٰ، جواب بہت مجھے نہیں اچھا دیتے، آپ نے میں بڑا مائک بات کور بہت کر اعلیٰ لیتا جی، ہوں۔ حسینی صاحب بھی بہت اعلیٰ، نہ ادھر کے نہ ادھر کے، آپ نے بہت بڑے اعلیٰ اچھے بہت طریقے اعلیٰ۔ سے حسینی صاحب نے کہہ دیا بہت اعلیٰ ہے تو پھر اسے کون کہہ سکتا ہے اعلیٰ نہیں ہے؟ بہت اچھا آپ نے آپ سوال لوگ رکھا جاندی ہے تھی تو ہی متی دیتی جاندی تھی۔ سوال کیا آپ کا بھائی؟ سوال مجھے بتا دو، مہربانی کرو۔ جب آپ اگر سوال رکھ اتنی رہے تقریر تھے لمبی کی ہے آپ نے، 6-7 منٹ کی، 8 منٹ کی، اس میں سوال کیا تھا اڑو دس دو۔ جو بات آپ نے وضاحت سے کی ہے باقاعدہ فگرز کے ساتھ، وہ سنی نہیں لوگوں نے، تو وہ پھر بعد میں کہہ رہے ہیں کیا سوال ہے، میں سنی ہے جی، میں سنی ہے، میں بتائیں جواب کیا نہیں دینا، میں جواب نہیں دینا ہونا، انہیں میں میں منع نے کرنا دینا ہے جواب جواب، دینا، میں مجھے چپ ہاں۔ سوال بتا دو۔ رانا صاحب آپ نے جواب، ਤੁਹਾਨੂੰ خدا ਦਾ ਵਾਸਤਾ ਜੇ ਚੁੱਪ ਕਰ ایک ਜਾਓ منٹ، رانا زاہد صاحب جواب اسی صورت میں دے سکتے ہیں اگر یہ کہیں کہ مرزا صاحب کو میں نبی مانتا ہوں۔ پیٹڑیاں پٹو، تو سوال جو ہے کوئی ਜੇ مرد کا ਇਹ ਕਹਿ بچہ ਸਕਦੇ ہے، ਨਾ ਤੇ کوئی ਮੈਂ مرد کا ਮਿਰਜ਼ਾ بچہ ਸਾਹਿਬ ہے ਨੂੰ تو ਮੈਂ سوال کرے آ کے میرے ساتھ، سوال کرے۔ 1,24,000 ਜਿਵੇਂ ਮੈਂ ਜਿਹੜਾ ਬਲੀਵ ਮੇਰਾ 1,24,000 ਪੈਗੰਬਰ ਤੇ ਉਹੀ ਮਿਰਜ਼ਾ ਸਾਹਿਬ ਤੇ ਉਹੀ ਜੰਬੇ ਤੇ ਉਹੀ ਜ਼ਾਤ ਰਸੂਲullah ਤੇ ਆ ਤੇ ਮੈਂ ਇਹੀ ਮੰਨਦਾ ਜੇ ਸਾਰਾ ਕੁਝ ਸਭ ਤੇ ਤੁਸੀਂ ਤੇ ਮਜ਼ਹਬ ਨੂੰ ਰਬੜ ਮੰਨਦੇ ਹੋ ਨਾ, ਤੁਸੀਂ ਤੇ ਆਂਦੇ ਮੈਂ ਸ਼ੈਤਾਨ ਦਾ ਪੁਜਾਰੀ ਹਾਂ, ਤੇ ਤੁਸੀਂ ਕੀ ਜਵਾਬ ਦੇਣਾ ਹੈ? ਜਿਹੜੇ ਨਬੀ ਮੰਨਦੇ ਨੇ ਉਹਨਾਂ ਨੂੰ ਜਵਾਬ ਦੇਂਦੇ ਹੋ। ਉਹ ਤੁਹਾਨੂੰ ਰਵਈਆ ਸਮਝ ਆਣਾ ਚਾਹੀਦਾ ਨਾ, ਜਵਾਬ ਤੁਹਾਡੇ ਕੋਲ ਆ ਜਾਂਦਾ ਵਾ ਰਵਈਆ ਨੂੰ ਉਹ ਸਮਝ ਜਿਹੜੇ ਨਬੀ ਮੰਨਦੇ ਨੇ ਜਵਾਬ ਦੇਣਗੇ। ਤੁਸੀਂ ਆਰਾਮ ਕਰੋ, ਰੈਸਟ ਕਰੋ, ਚਾਹ ਪੀਓ, ਜਾ ਕੇ ਪਾਣੀ ਪੀਓ। ਹਾਂ ਚਲੋ ਜਵਾਬ ਮੈਂ ਤੁਹਾਨੂੰ ਦੇ ਸਕਦਾ ਪਰ ਮੈਂ ਨਹੀਂ ਦੇਣਾ ਹੁਣ। ਰਾਣਾ ਸਾਹਿਬ ਗੱਲ ਤੁਸੀਂ ਬਾਤ ਖਾਮੋਸ਼ ਇਹ ਨਹੀਂ ਹੈ। ਰਹਿ ਸਕਦੇ। بولن بھی کسی نو نہیں دینا تے جواب میں نہ دا میں دینا نہیں ہے، یہ بھی بہت اچھی بات ہے، بہت علمی بات کر دی آپ نے، جزاک اللہ۔ چلو صاحب جواب تو صحیح دینا ہے، دیو جواب۔ سوال کر دو، ایک صاحب سوال دوبارہ مجھے سوال دے- پوچھ لو۔ ایک صاحب سوال دوبارہ دسو انہاں نوں۔ ایک کہانیاں فلماں نہ کرو، ایک سوال میرا یہ سوال ہے، اے سوال رکھ دو۔ اگر ثانی صاحب انہاں نوں میر سوال صاحب دوبارہ دسو، ثانی صاحب تسی دسو۔ میر صاحب نے جڑا سوال کیتا ہے انہوں نے کیا ہے کہ مرزا صاحب نے ابتدا دے وچ ابراہیم احمدیہ وچ الہامات لکھے جہدے وچ ظاہر کیتا کہ اللہ تعالیٰ نے انہوں دا نام نبی رکھیا ہے یا انہوں نے نبی اور رسول کیا ہے، وہ دی پھر انہوں نے وضاحت کر دیتی کہ یہ تو مراد نبی اور رسول نہیں بلکہ محدث ہے، انہوں تسی کٹیا سمجھو، انہوں رجوع کر لیا۔ وہ کہندے نے بعد ہی دسو کسی جگہ انہوں نے کیا ہوئے کہ میں اس عقیدے تو بھی رجوع کر لیا اور میں واقعی نبی ہیں، اتنی گل ہو کہہ رہے اچھا کہاں پر ان کی تحریر ہے یہ بتا دے کہ میں نے رجوع کر لیا ہے، میں یہ اپنا جو میرا دعویٰ ہے یہ واپس لے رہا ہوں، وہ مجھے بتائیں، اے تحریر بتائیں۔ اور ثانی صاحب یہ کھلا نوری صاحب کے ساتھ جو مناظرہ ہوا تھا جی۔ 1892 میں، وہ آپ کو یاد ہی ہے، اس کے اور اندر مرزا صاحب نے یہ باقی کھڈے سنو یار، مجھے وہ تحریر بتا دیں، میرے ساتھ بات کر رہے ہیں، کہانیاں قصوں میں نہ جائیں، مجھے وہ وہ تحریر ثانی صاحب سنا آپ کو دیں ابھی تحریر جس نکال میں کے دے مرزا دیں صاحب گا، نے میں فرمایا نکال میرا کے یہ لگا جو دوں گا، وہ دعویٰ مسئلہ نہیں ہے۔ یہ دعویٰ میں واپس لے رہا ہوں اور میں رجوع کرتا ہوں، وہ بتا دیں، تحریر بتا دیں۔ اچھا حسینی صاحب، جب انہوں نے کہا کہ جہاں جہاں 1892 میں ہوا تھا، اس کو کاٹا ہوا خیال کریں اور محدث سمجھ لیں۔ اور اس کہانیاں کا کیا مطلب ہے؟ انہوں نے رجوع کیا یا نہیں کیا؟ علمی عقلی بات کر لو، علمی اور عقلی بات کرو۔ حسینی صاحب 1892 میں جو انہوں نے کہا کہ نبی کا لفظ کاٹا ہوا خیال کریں اور محدث سمجھیں، یہ انہوں نے رجوع کیا یا نہیں کیا؟ احمدیت کے خلاف گلا کرے، شاباش، بہت اعلیٰ بات کی ہے، دیو جی شاباش، انہوں نے آرام آئے۔ میرا نہیں خیال کہ انہوں نے کبھی دعویٰ کیا بھی ہے، انہوں نے او ہمیشہ یار حسینی بھائی، آپ احمدیت کے منکر ہو، آپ مرزا صاحب کے منکر ہو، آپ بتاؤ گے ہمیں؟ اپنی بات اپنے پاس رکھو۔ انہوں نے کبھی بھی دعویٰ انہوں نے نہیں کیا۔ کیا، انہوں نے بڑی تعلیم، انہوں نے اچھا احمدی حسینی ہمیں صاحب، اور احمدیت آپ حسینی بتاؤ گے، صاحب، ہماری احمدیت آپ بتاؤ گے۔ میں نے یہی بات تھوڑی کی ہے سی کہ مرزا صاحب شرم نے اور دعویٰ ایمان لے کیا لو، ہے یا نہیں کیا، اس کا جو لیکن عقیدہ اگر ہوتا ہے، اس کا حق بقول ہوتا ہے، وہ مرضیوں بتاتا کے ہے۔ انہوں نے جاہلو، عقل کے اندھو، کم از کم اتنی تو غیرت اور شرم کر لو کہ جس کا جو عقیدہ ہے اس کو یار حق دے دو، وہ بتائیں۔ ایک تو حسینی صاحب اور گالا احمدیت تے آ آپ جاندے ہمیں نے، بتاؤ دوسرا کہ بے شاطمیت تے شرمو، آ جاندے نے، یا ایک گالا کٹتے نے، دوسرا شاطمیت کرتے نے، سیدھا سوال تے جواب نہیں دیندے ہیں لوگ، دل کجے دل، جنہوں انہوں نے سامنے کوئی علمی سوال رکھا ہوتا ہے گالا کٹ لینے یا شاطمیت کرتے ہیں۔ کسی نے نہ شاطمیت کی، نہ کسی نے کوئی گالی کڈی ہے،
ਇਹ ਸਰ ਸ਼ਾਦੀਆਂ ਜਦੋਂ ਤੁਸੀਂ ਨਾਂ ਕਿਹੜੀ ਤੁਸੀਂ ਚੀਜ਼ ਦਾ ਰੱਖਿਆ ਹੈ? ਜਦੋਂ ਤੁਸੀਂ ਇਹ ਗੱਲ ਤੇ ਕਰਦੇ ਹੋ, ਮੈਂ ਤੁਹਾਡੇ ਸਾਹਮਣੇ ਗੱਲ ਰੱਖਣਾ ਪਿਆ, ਤੁਸੀਂ ਆਂਦੇ ਹੋ ਕਿ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਨੇ ਵੀ ਇਹੀ ਕੰਮ ਕੀਤਾ ਕਿ ਉਹਨਾਂ ਆਪਣੇ ਅਕਾਇਦ ਜਿਹੜੇ ਨੇ ਤਬਦੀਲ ਕੀਤੇ। ਉਹ ਮੈਂ ਨਹੀਂ ਤੁਹਾਨੂੰ ਤੇ ਕੋਲ ਵਾਪਸ ਮਿਰਜ਼ਾ ਸ਼ੱਕ ਨਹੀਂ ਸਾਹਿਬ ਹੈ। ਤੁਹਾਡੇ ਨੇ ਦਾਅਵੇ ਤੁਸੀਂ ਭਾਈ ਉਹ ਇੱਕ ਇਸ ਮਿੰਟ ਕਰਨ ਜੀ, ਦੇ ਇੱਕ ਕਿ ਮਿੰਟ ਤੁਸੀਂ ਤੁਸੀਂ ਇਸ ਕਰੋ ਵੀ ਕਿੱਥੋਂ ਇੱਕ ਅਕੀਦਾ ਤੁਸੀਂ ਬਿਆਨ ਕਰਨਾ ਹੈ ਜਿਹੜਾ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਨੂੰ ਅੱਲਾਹ ਨੇ ਹੁਕਮ ਦਿੱਤਾ, ਉਸ ਅਕੀਦੇ ਦਾ ਉਹਨਾਂ ਤਬਦੀਲ ਕੀਤਾ। ਫਿਰ ਮੈਨੂੰ ਸਮਝ ਨਹੀਂ ਆਈ। ਉਹ ਤਕਰੀਰ ਸਾਹਿਬ ਪਾਸੇ ਤੁਸੀਂ ਅਬੂ ਬਕਰ ਸਾਹਿਬ ਆਉਣ ਨਹੀਂ ਦੇ। ਸਰ 1892 ਦੇ ਵਿੱਚ ਮਿਰਜ਼ਾ ਸਾਹਿਬ ਨੇ ਆਪਣੇ ਅਕੀਦੇ ਤੋਂ ਰਜੂع ਕੀਤਾ। ਉਹਨਾਂ ਕਿਹਾ ਨਬੀ ਕੀ ਮੁਹੱਦਸ ਆ। ਸ਼ੋਰ ਪਾਣੇ ਪਿਟਣੀਆਂ ਨਹੀਂ, ਉਹ ਇਲਮੀ ਅਕਲੀ ਗੱਲ ਕਰੀ ਹੈ, ਪਿਟਣੀਆਂ ਨਹੀਂ। ਸੁਣੋ ਤੇ ਸਾਰੇ ਜਿੰਨੇ ਬੰਦੇ ਬੈਠੇ ਉਹਨਾਂ ਨੂੰ ਤੁਸੀਂ ਐਵੇਂ ਹੀ ਬੇਵਕੂਫ ਸਮਝਿਆ ਵੀ ਬਹਿ ਕੇ ਗੱਲ ਕਰਨ ਦੇ ਨੇ। ਅਬੂ ਬਕਰ ਮੀਰ ਕੱਲਾ ਹੀ ਐਡਾ ਹਾਜੀ ਹੈ ਵੀ ਮਿਰਜ਼ਾ ਸਾਹਿਬ ਦੀਆਂ ਸਾਰੀਆਂ ਕਿਤਾਬਾਂ ਨੇ ਪੜ੍ਹ ਲੀਆਂ ਨੇ, ਤੋਂ ਹਵਾਲਾ ਲੱਭ ਗਿਆ ਵਿੱਚੋਂ। نہیں لب گیا ہے، کوئی بات نہیں، بات کریں، عقل سے بات کریں، علم سے بات کریں۔ میں نے آپ سے سوال اٹھایا ہے کہ آپ ایک تو بات آپ نے کی کہ آپ محمد صلی اللہ علیہ وسلم، وہ نبی کی مثال نبی سے ہی دی جائے گی۔ خدا کے بندے تمہارے پاس عقل ہے؟ کسی کو اگر نبی ہے تو اس کی مثال ہم کسی اور سے تو نہیں دے سکتے، اولیاء اللہ سے دیں گے۔ اس کی مثال نبی کے ساتھ دیں گے کہ فلاں نبی کے ساتھ بھی یہ ہوا ہے، فلاں نبی نے بھی یہ کیا ہے۔ جاہل کے میں بھی پھر لفظ غلط ہو جاتے ہیں، لیکن آپ کے پاس نہ عقل ہے، نہ ایمان ہے، نہ شعور ہے، نہ وہ نبی کے مثال محمد صلی اللہ علیہ وسلم سے دے رہے ہیں۔ ان سے نہیں دینی تو کس سے دینی ہے؟ وہ آپ کے لیے حجت ہے۔ ہم وہی مثال آپ کے سامنے رکھ دیتے ہیں۔ ہم کوئی بدتمیزی کر رہے ہیں؟ ہم محمد مصطفیٰ سرور کائنات صلی اللہ علیہ وآلہ وسلم کو خاتم النبیین مانتے ہیں، ان کو اللہ کا نبی رسول، ہم ان کی شادمیت کیسے کر سکتے ہیں؟ جب آپ کو سمجھانے کے لیے جو آپ اعتراض اٹھا رہے ہیں، یہ اعتراض آپ کے سامنے پیش کر رہے ہیں کہ یہ تو محمد صلی اللہ علیہ وسلم کے ساتھ بھی ایسا ہوا ہے، تو یہ اس کا کیا میننگ ہوتی؟ او محمد صلی اللہ علیہ وسلم سے مثال دے دی، ان کی شاتمیت کر دی۔ پر جتنی آپ کے پاس عقل ہے اور جتنا علم ہے، آپ نے اتنی بات منہ سے کرنی ہے۔ میں نے آپ کو کہا ہے کہ مرزا صاحب نے کی کہاں تحریر ہے، وہ تحریر بتا دو کہ میں رجوع کرتا ہوں، میں نے یہ جو اپنا دعویٰ کیا تھا نبی ہونے کا، میں رجوع کرتا ہوں اور یہ دعویٰ میں واپس لیتا ہوں۔ محمد صلی اللہ علیہ وسلم نے بھی کئی جگہ معاملات طے کرنے کے لیے اپنے نام کے ساتھ رسول لکھا ہوا مٹایا ہے۔ یہ عقل اور علم کی بات ہے جو آپ کے سر کے اوپر سے گزر جائے گی۔ تو میرا سوال یہ ہے کہ مرزا صاحب کی کئی تحریر ہے جو آپ ماشاءاللہ تحریر اور پڑھ رہے ہیں اور مطلب اور بتا رہے ہیں کہ مرزا صاحب نے رجوع کر لیا تھا، تو میں یہی چاہ رہا ہوں نا، وہ رجوع دکھا دیں کہاں پر انہوں نے رجوع کیا ہے کہ میں اپنے اس عقیدے سے، جو میرا دعویٰ ہے، اس دعوے سے میں رجوع کرتا ہوں اور میں اب نبی رسول نہیں ہوں۔ وہ تحریر دکھا دیں، اب ہمت کریں، دکھائیں جی۔ اپنے ملک صاحب صلح حدیبیہ چ بھی حضور نے اپنا نام خود رسول اللہ صلی اللہ علیہ وسلم جڑا سی ہٹایا سی۔ میں نے یہ عرض کیا انہوں نے حکم دیتا، حضرت علی نے نہیں ہٹایا، ابھی دیکھیں بات پھر حضور نے خود ہٹایا سی۔ پیارے بھائی، الجھائیں نہیں صاحب بات ہونے دیں۔ صاحب آپ کی تقریر ہوگی پوری؟ میری تقریر ہوگی، اب مجھے جواب لے دیں ان سے، مہربانی۔ ٹھیک ہے جی۔ اب آپ نے سب سے پہلے تو یہ دو چیزیں نہیں ہے نا، اے احمدی نہیں جڑا مرزا صاحب نو مندے نہیں، اے ساڈی گل کرے گا اور آپ بیچ میں نہیں بول رہا، آپ نے دو باتوں کا آپ نے جواب دینا ہے۔ ایک تو یہ کہ محمد رسول اللہ صلی اللہ علیہ وسلم نے کب اپنا عہدہ تبدیل کیا؟ نام مٹایا، یہ بات ٹھیک ہے، لیکن اپنا عہدہ تبدیل کیا کہ میں رسول تھا، لیکن اب میں رسول سے یہ کیونکہ میرے اوپر اعتراض آ گیا تو میں رسول کا عہدہ چھوڑ کے میں محدث یا مجدد کا عہدہ جو ہے آپ کے سامنے لے کے آ جاتا ہوں۔ یہ رسول اللہ صلی اللہ علیہ وسلم پہ جو آپ نے الزام لگایا ہے، اس کو آپ نے ثابت بھی کرنا ہے۔ مرزا صاحب نے، آپ بیچ میں نہیں بولے، پہلے میری بات پوری ہونے دیں، اپنی تقریر آپ بند کریں، بعد میں کریں تقریر۔ مرزا صاحب نے 1892 میں یہ چیز کہی، انہوں نے کہا کہ میں جہاں جہاں نبی لکھا ہوا ہے، نبی اب عہدہ ہے ان کا، انہوں نے کہا جہاں جہاں نبی لکھا ہوا ہے اس کو کاٹا ہوا خیال کرے اور محدث سمجھے۔ اب محدث بھی ایک عہدہ ہے۔ مرزا صاحب نے اپنا عہدہ چینج کیا، انہوں نے نبوت سے جھپ مارا اور محدث کی طرف چلے گئے۔ تو یہ مرزا صاحب نے اپنے نبوت کے دعوے کو چھوڑا ہے اور محدث کا دعویٰ جو اپنایا ہے، انہوں نے اپنا نبوت کا دعویٰ ہی چینج کیا۔ تقریر بند کرے گا، سوال کر کے چپ کرے گا۔ طلعت صاحب بیچ میں نہیں بولنا میرا، جب تک سوال پورا نہ ہو۔ سوال کر کے چپ ہو جانا، تقریر سوال ابھی پورا نہیں ہوا، سوال ابھی پورا نہیں ہوا۔
وہ چنگا سوال ہے آپ نے جو یہ بھی اعتراض لگایا کہ رسول اللہ صلی اللہ علیہ وسلم نے بھی اپنے عقائد میں کوئی تبدیلی کی ہے جب احکام نئے آتے تھے. رسول اللہ صلی اللہ علیہ وسلم کا وہ کون سا ایسا عقیدہ ہے جو اللہ نے ان کو وہ عقیدہ بتایا تھا کہ یہ عقیدہ ہے، بعد میں رسول اللہ صلی اللہ علیہ وسلم نے یہ کہا ہو کہ یہ عقیدہ مجھے سمجھ نہیں آئی تھی، اللہ تعالیٰ نے مجھے یہ عقیدہ اس طرح سے دیا تھا لیکن مجھے 12 سال تک سمجھ نہیں آئی، اور اب اللہ تعالیٰ نے بارش کی طرح میرے اوپر وحی کی ہے اور اس کے بعد مجھے سمجھ آئی ہے کہ او ہو وہ عقیدہ تو اس طرح تھا، میں غلط سمجھتا رہا. یہ کب رسول اللہ صلی اللہ علیہ وسلم نے دعویٰ پیش کیا ہے؟ یہ 2 شاطمیت آپ نے کی ہیں، ان کا جواب بھی آپ دیں. چلیں جی کریں تقریر. کتنا چھوٹا سا سوال کیا انہوں نے، مختصر سا سوال ہے. پوری کہانی اپنے خلاف جو اندر ان کے خلاف احمدیت کے خلاف ان کے اندر چیز چھپی ہے وہ پوری نکال کر باہر رکھ دی ہے. اور ہون کرو جی تک 1893 دی انہاں دی تاریخ ساری ہے. بھائی جواب دیں گے، یہ احمدی ہیں یہ جواب دیں گے. دیو جی سر 1893 دی انہاں دی تاریخ ہے. وہ فرماندے نے کہ اور اگر یہ کہا جائے کہ موسوی سلسلہ میں تو حمایت دین کے لیے نبی آتے رہے اور حضرت مسیح بھی نبی تھے، تو اس کا جواب یہ ہے کہ مرسل ہونے میں نبی اور محدث ایک ہی منصب رکھتے ہیں. جیسا کہ خدا تعالیٰ نے نبیوں کا نام مرسل رکھا، ایسا ہی محدثین کا نام بھی مرسل رکھا. اسی اشارہ کی غرض سے قرآن شریف میں وَقَفَّيْنَا مِن بَعْدِ الرُّسُلِ آیا ہے، اور یہ نہیں آیا کہ وَقَفَّيْنَا مِن بَعْدِ الْأَنْبِيَاءِ. بس یہ اس بات کی طرف اشارہ ہے کہ رسل سے مراد مرسل ہیں، خواہ وہ رسول ہوں یا نبی یا محدث ہوں، کیونکہ ہمارے سید رسول اللہ صلی اللہ علیہ وسلم خاتم الانبیاء ہیں، اور بعد حضرت صلی اللہ علیہ وسلم کوئی نبی نہیں آ سکتا. اس لیے اس شریعت میں نبی کے قائم مقام محدث رکھے گئے. یہ تحریر ہے انہوں نے. تو جو دوسری تحریر ہے ان کو پھر کیا سمجھیں؟ وہ تحریر ٹھیک نہیں ہے جو آپ کو اچھی نہیں لگ رہی کہ اللہ نے میرا نام نبی اور رسول رکھا ہے، اور جو مجھے کہتا ہے کہ کوئی سوال کے جواب میں کہتا ہے کہ میں نبی رسول نہیں ہوں، وہ غلط ہے. میں نبی بھی ہوں اور میں رسول بھی ہوں. اس کا حسینی بھائی کیا کرے؟ غلط سمجھے کہ حسینی بھائی کو یہ اچھا نہیں لگ رہا. ایک تو یہ بتا دیا کہ انہوں نے فرمایا کہ بعد حضرت صلی اللہ علیہ وسلم کوئی نبی نہیں آ حسینی سکتا. بھائی جو میں نے کہا ہے یہ بھی مرزا صاحب کے لفظ ہے، یہ آپ کو اچھے کیوں، آپ کو ہضم کیوں نہیں ہو رہی ہے؟ پہلے دوسرے اس کے ساتھ کارمینہ کھا لیں، ہاضمے کی دوا. جب یہ عقیدہ لیں نا، یہ ان کی یہ تحریر آپ دیکھیں پڑھیں، ایک کارمینہ ساتھ میں کھا لیا کریں، پھر آپ کو ہضم ہو جایا کرے گی. ویسے عام طور پر جو ہے نا جن کے اندر ایمان نہیں ہے، صرف مخالفت بھری ہوئی ہے، ان کو یہ ہضم نہیں ہو رہا، اور آپ بھی ان میں سے ایک ہیں، آپ کو ہضم نہیں ہو رہا. وہ خدا کے بندے ایک تحریر آپ مرزا صاحب کی پڑھ دیں، دوسری تحریر کیوں نہیں پڑھتے ہیں؟ وہ ہضم کیوں نہیں ہوتی؟ آپ کو ہاضمہ خراب ہے، آپ کا معدہ خراب ہے، جو میٹھا تحریر میٹھا کھانا. مرزا صاحب نے واضح ان کی کتب میں لکھا ہوا ہے کہ اس ایک شخص کا واقعہ لکھا ہوا ہے کہ اس نے کسی کے جواب میں یہ کہا کہ مرزا صاحب نبی رسول نہیں ہے. اس کا جواب غلط ہے، میں نبی بھی ہوں اور میں رسول بھی ہوں. یہ انہوں نے واضح لکھا ہے، اور انہوں نے دعویٰ کیا ہے کہ اللہ تعالیٰ نے میرا نام نبی اور رسول رکھا ہے. ملک صاحب جس طرح کفار مکہ، ملک صاحب جس طرح کفار مکہ نو رسول چپتا سی نا، تے دوسرے مسلمانوں نو نبی چپتا سی، انہوں نے کہا نبی دی بجائے سے مینوں محدث سمجھ لو. سمجھو بالکل یہی بات ہے، بالکل یہی بات ہے. جو مرزا صاحب کی یہ تحریر سنا رہے ہیں، ان کو یہ پتہ نہیں محدث اور نبی میں فرق ہی نہیں ہے. جو محدث ہوتا ہے اس کا کیا کام ہوتا ہے؟ صاحب میرے سوال کا جواب آ گیا؟ نہیں ماشاءاللہ نہیں. آپ کا سوال کا جواب تو اتنا مشکل صاحب میں دوبارہ پھر آپ کے سامنے بات رکھ دیتا ہوں کہ مرزا صاحب نے جو 1892 میں یہ بات کہی کہ نبی کا لفظ کاٹا ہوا خیال کر کے محدث سمجھ لیا. اب یہاں پہ دونوں لفظ آ گئے ہیں، نبی بھی اور محدث بھی. اب نبی کو کاٹا ہوا خیال کر کے محدث سمجھ لیں تو یہاں سے کیا ظاہر ہوتا ہے؟ میں نے ابھی پڑھ کے سنائی ہے تحریر آپ کو، وہاں پہ صاف ہو جاتا ہے نا کہ ان کا نبوت کا دعویٰ نہیں، وہ وہاں پہ یہ کہہ رہے ہیں کہ میں محدث ہوں، نبی نہیں. یہ 1892 کی بات ہے. اب 1892 کے بعد مرزا صاحب نے کہاں نبوت کا دعویٰ کیا ہے وہ یہ پیش کر دیں. اور جو انہوں نے الزام لگایا، شاطمیت کی انہوں نے رسول اللہ صلی اللہ علیہ وسلم پر کہ ان کی مثال دے رہے ہیں،
تو وہ بھی یہ پیش کریں کہ رسول اللہ صلی اللہ علیہ وسلم نے کب نبوت کا اعلان کرنے کے بعد اپنے اس اعلان سے رجوع کیا اور کہا کہ میں نبی، میں نے کہا تھا میں نبی ہوں، لیکن اب میں نبی نہیں، میں تو محدث تھا یا مجدد تھا یا جو بھی تھا. یہ انہوں نے یہ جو شاطنیت کی ہے، یہ رسول اللہ صلی اللہ علیہ وسلم نے کب یہ بات کہی ہے جو مرزا صاحب نے کہی ہے؟ مرزا صاحب نے تو صاف اپنا عقیدہ چینج کر دیا وہاں پہ. انہوں نے کہا میں نبی جہاں پہ لکھا ہوا اس کو کاٹا ہوا خیال کر کے محدث کر لیں. تو یہ جو شاطنیت کرتے ہیں، جو الزام لگاتے ہیں، الزامی جواب دیتے ہیں، اور ان کو اتنی حیا نہیں آتی، اتنی شرم نہیں آتی. باتیں تو کرتے ہیں کہ جی ہم رسول اللہ صلی اللہ علیہ وسلم کی بڑی محبت دل میں رکھتے ہیں، ہم تو جی ان کی بڑی عقیدت رکھتے ہیں، مرزا صاحب تو جی ان کی اطاعت میں آئے ہیں، مرزا صاحب جی تو ان کے غلام ہیں. وہ کہاں پہ جاتی ہیں یہ ساری باتیں؟ اس کا مطلب کہ یہ صرف ہاتھی کے دان دکھانے کے اور ہیں اور کھانے کے اور ہیں. الزام ان کے اوپر لگاتے ہیں کہ انہوں نے بھی یہی کام کیا ہے جو مرزا صاحب نے کیا ہے کہ اپنے دعویٰ سے رجوع کر لی ہے، چاہے جہاں نبی لکھا ہوا اس کو کاٹا ہوا خیال کے محدث کر لے، اور کہتے ہیں یہ کام رسول اللہ صلی اللہ علیہ وسلم نے بھی کیا ہے. معاذ اللہ معاذ اللہ. آپ نے اس الزام کو ثابت بھی تو کرنا ہے نا انہوں نے. اب وہ طلعت صاحب جواب دینے کے بجائے بھاگ گئے. شرم ان کو آتی نہیں، جہاں پہ بیٹھ کے بڑی بڑی باتیں کرتے رہتے ہیں. اوے جاہلو، او جاہلوں کے بچوں، او فلانے او تمہارا فہم نہیں ہے. اور ان کو اتنی حیا نہیں آتی کہ باتیں بڑی بڑی کرتے ہیں، اور رسول اللہ صلی اللہ علیہ وسلم کے اوپر اتنے بڑے بڑے اعتراض بھی کرتے ہیں، اتنے بڑے بڑے الزام بھی لگاتے ہیں، شاطنیت کرتے ہیں، اور پھر کہتے ہیں ہم ان سے محبت کرتے ہیں، ان کی عقیدت رکھتے ہیں. سواد مٹی، بے حیا لوگ، بے شرم لوگ. میں کتنی دیر سے نیچے بیٹھا ہوا سن رہا ہوں کہ یہاں پہ یہ لوگ ایسی حرکتیں کر رہے ہیں. کسی ایک مرزائی کے اندر اتنی غیرت نہیں ہے، اتنی شرم نہیں ہے کہ وہ جو بات کر رہے ہیں وہ اس بات کو روکے. اس کے اوپر یہ رسول اللہ صلی اللہ علیہ وسلم پہ یہ الزام لگا رہے ہیں کہ انہوں نے اپنے عقیدوں کے اندر تبدیلی کی اور محبت کے دعوے کرتے ہیں یہاں پہ بیٹھ کے، اور پھر کہتے ہیں جاہلو جاہلو، جاہل کے بچوں. سب سے بڑا جاہل وہ خود ہے، سب سے بڑا جاہل کا بچہ وہ خود ہے. اس کو اتنا نہیں پتا، نہ اس کو قرآن کا فہم ہے، نہ اسے اپنے مرزا صاحب کی تحریروں کا فہم ہے، اور یہاں پہ بیٹھ کے شاطنیت کرتا رہتا ہے، اپنا فہم دکھاتا رہتا ہے. اس سے بڑا جاہل کون ہو سکتا ہے؟ اس سے بڑا جاہل کا بچہ کون ہو سکتا ہے؟ ایک نیچے آ گیا ابو بکر میر صاحب، یہ ظہیر احمد بھی اسی کیٹیگری کا ہی ہے. اور یہ 139 یہ یہاں پہ بیٹھ کے اس کی سپورٹیں کر رہے ہیں، اس کی بڑی اس کی خدمت کر رہے ہیں. پتہ نہیں کیا ان کا آپس میں تعلق ہے. اس کو بھی مطلب کوئی اس کی زبان نہیں کھل رہی کہ وہ کیا یہاں پہ باتیں کر رہے ہیں. اتنی جہالت بھری باتیں کر رہے ہیں، الزام لگا رہے ہیں رسول اللہ صلی اللہ علیہ وسلم پر، شاطنیت کر رہے ہیں ان کی، اور اس کی زبان بھی بند ہے. اور پھر کہتے ہیں نہیں ایسے نہیں ویسے نہیں. کون سا الزام لگا دیا ہے؟ کب رسول اللہ صلی اللہ علیہ وسلم نے اپنا عقیدہ بدلا؟ مینوں دس نو شاطنیت دا مطلب کی ہے؟ رسول اللہ صلی اللہ علیہ وسلم نے اپنا عقیدہ کب بدلا؟ بتاؤ کب بدلا عقیدہ؟ جے تینوں پتا تو وکھا بتاؤ نا، کب اپنا عقیدہ بدلا؟ سانوں حوالہ وکھا نا. او ابو بکر میر بھائی، یہ اس سے اوپر کی باتیں ہیں. اس سے صرف سمپل سوال پوچھے کہ یہ مرزا صاحب کو کیا مانتا ہے، اور رانا صاحب خدا دا واسطہ جے چپ کر جاؤ. تواڈے ماں پیو دا واسطہ جے، تواڈے ماں پیو دا واسطہ جے، اور تواڈے دادا دادی دا واسطہ جے، اور تواڈے نانا نانی دا واسطہ جے، اور تواڈے خدا دا واسطہ، اور تواڈے شمال دا واسطہ جے. اور چپ کر جاؤ رانا صاحب، اور تسی تے چپ مسلک کر نے جاؤ. وہ گل کر رہے نے، انہاں نے انہاں نوں بولن نہیں دین دے. آ تے علمی حالت انہاں دی. وہ علمی حالت نہیں. رانا زید صاحب کہندے نے کہ میں شیطان دا پجاری ہاں. پوچھ رانا صاحب نو. پھر اللہ نو ڈیفینڈ کر لو، اپنے اللہ نو ڈیفینڈ کر لو میرے اگے. ہن تو دس آ کے جماعت شیطان دا پجاری ہے. تسی سارے ہی اللہ نے جماعت احمدیہ دی شیطان دی پجاری ہے. کہڑا رانا صاحب منڈ تے رکھ کے بندوق چلانی ہے. تسی سارے اور رسول اللہ صلی اللہ علیہ وسلم نے ننگیاں گالاں دینیاں جے. رانا صاحب دے منڈ تے بندوق رکھ کے بے شرمو. تسی سارے اللہ دے منن والے آ جاؤ میرے اگے، میں تہاڈا بندوبست کراں. نہیں تسا رانا زید جڑا ہوئے رانا زید دا شیطان دا پجاری ہے. جماعت احمدیہ دی شیطان دی پجاری ہے. سارے منڈ تے رکھ کے بندوق چلانی ہے. ابو بکر میر دیکھ میری گل سن ایک منٹ. تسی 139 تو چپ کرو. تار صاحب تو چپ کرو. تار صاحب تو چپ کرو ایک منٹ. اوے مرزا صاحب دے جنازے دا جڑا پانی ہے وہ تواڈے مریداں نے پیتا ہے تبرک سمجھ کے. او گل اور سنو جنازہ میری. نام دے وچ کیتی ہے. پانی پیو تسی. ابو بکر میر تسی پانی پیندے ہو.
ਤੂੰ ਅਬੂ ਕਿੱਦਾਂ ਬਕਰ ਤੈਨੂੰ ਮੀਰ ਕਿੱਦਾਂ ਠੰਡਾ ਪਤਾ ਪਾਣੀ ਤੁਸੀਂ ਪੀ ਲਾਸ਼ਾਂ ਦਾ ਤਮਰੇ ਪੀਂਦੇ ਹੋ, ਲਾਸ਼ਾਂ ਨੂੰ ਇੱਥੇ ਦੀ ਗੰਦਗੀ ਆਉਂਦੀ ਹੈ, ਸਾਰੀ ਗੰਦਗੀ ਤੁਸੀਂ ਪੀਂਦੇ ਹੋ। ਠੰਡਾ ਪਾਣੀ ਪੀ, ਠੰਡਾ ਪਾਣੀ ਪੀ, ਠੰਡਾ ਪਾਣੀ ਪੀ। ਗੱਲ ਸੁਣ ਉੱਥੇ ਤਾਂ ਮੇਰੀ, ਉਹਨਾਂ ਦੇ ਖਾਨਦਾਨ ਤੋਂ ਇਲਾਵਾ ਕੋਈ ਇੱਕ ਬੰਦਾ ਹੀ ਮਿੰਟ ਨਹੀਂ ਸੀ ਮੌਜੂਦ। ਤਾਰ ਸਾਹਿਬ ਤੁਸੀਂ ਚੁੱਪ ਕਰੋ ਇੱਕ ਮਿੰਟ ਜ਼ਰਾ। ਗੱਲ ਸੁਣਾ ਆ ਜੀ ਤੁਸੀਂ ਸੁਣਾਓ, ਤੁਹਾਡੇ ਆਏ ਨੇ, ਤੁਹਾਡੇ ਉਹ ਸੁਸਰਾਲੀ ਆਏ ਨੇ, ਤੁਸੀਂ ਚੁੱਪ ਕਰੋ, ਤੁਹਾਡੇ ਸਪੋਰਟ ਕਰਨਗੇ ਉਹ ਮੇਰੇ ਅਕੀਦੇ ਦੋਵੇਂ ਦੇ ਸ਼ੈਤਾਨ ਦੇ ਨਾਲ ਪੁਜਾਰੀ ਹੋ। ਜਮਾਤੇ ਅਹਿਮਦੀਆ ਵੀ ਸ਼ੈਤਾਨ ਦਾ ਪੁਜਾਰੀ ਹੈ, ਰਾਣਾ ਸਾਹਿਬ ਵੀ ਸ਼ੈਤਾਨ ਦਾ ਪੁਜਾਰੀ ਹੈ। ਫਿਰ ਉਹੀ ਉਹਦੇ ਗੱਲ, ਮੋਢੇ ਫਿਰ ਤੇ ਉਹੀ ਗੱਲ, ਉਹਨੇ ਫਿਰ ਉਹੀ ਤੁਹਾਡੇ ਮੋਢੇ ਤੇ ਬੰਦੂਕ ਰੱਖੀ ਹੈ, ਤੁਸੀਂ ਉਹਨਾਂ ਦੇ ਮੋਢੇ ਤੇ ਬੰਦੂਕ ਰੱਖੀ ਫਿਰ ਹੈ। ਉਹੀ ਗੱਲ, ਉਹ ਮੈਂ 52 ਸਾਲ ਜਮਾਤੇ ਦੇ ਅਹਿਮਦੀਆ ਦੇ ਸਾਰੇ ਕੀਤੇ ਤੁਹਾਡੇ ਨਾਲ ਦੇ ਨੇ, ਰਾਣਾ ਸਾਹਿਬ ਸਾਹਿਬ ਉਹ ਵੀ ਸ਼ਾਤਮ ਨੇ, ਤੁਸੀਂ ਵੀ ਸ਼ਾਤਮ ਹੋ। ਮੈਂ ਉਹ ਵੀ 52 ਅੱਲਾਹ ਦੇ ਸਾਲ ਮੁਨਕਰ ਨੇ, ਰਿਹਾ ਤੁਸੀਂ ਵੀ ਅੱਲਾਹ ਦੇ ਮੁਨਕਰ ਹੋ। ਮੈਂ 52 ਉਹ ਸਾਲ ਵੀ ਆਖਦੇ ਰਿਹਾ ਸਾਡੇ ਅੱਲਾਹ ਦੇ ਨਾਮ ਇਹ ਲਾਸ਼ ਹੈ। ਹੁਣ ਤੂੰ ਸਾਡਾ ਅੱਲਾਹ ਹੈ, ਸਾਡਾ ਖੁਦਾ ਇਹ ਲਾਸ਼ ਹੈ। ਤੂੰ ਮੈਨੂੰ ਦਾਣੇ ਨਹੀਂ ਦਿੰਦਾ, ਮੈਂ ਜਿਹੜਾ ਤੈਨੂੰ ਸੁਣੀ ਕਹਿੰਦੇ ਜਾਵਾਂ। ਨੇ ਕੰਮ ਹੈ, ਇੱਕ ਮਿੰਟ ਜਿਹੜੇ ਕਈ ਹੱਕ ਪਿਆਰ ਨੇ, ਚੁੱਪ ਕਰ, ਤੂੰ ਮੈਨੂੰ ਦਾਣੇ ਨਹੀਂ ਦਿੰਦਾ, ਮੈਂ ਤੈਨੂੰ ਸੁਣੀ ਜਾਵਾਂ। ਜਿਹੜਾ ਖਾਣ ਲੈਣ ਵਾਲੀ ਆਉਂਦੇ ਉਹ ਵੀ ਖੁਦਾ ਦੇ ਬਾਰੇ ਸਹੀ ਨਜ਼ਰੀਆ ਰੱਖਦੇ ਨੇ, ਤੁਸੀਂ ਇੱਕੋ ਜਿਹੇ ਹੋ। ਤੁਹਾਨੂੰ ਸ਼ਰਮ ਹੀ ਆ ਜਾਂਦੀ। ਅੱਛਾ ਤੈਨੂੰ ਹੈ ਤੁਸੀਂ ਇੱਕੋ ਜਿਹੇ ਦੋਵੇਂ, ਤੁਸੀਂ ਤੁਹਾਡੇ ਮੇਰੇ ਤੇ ਬੰਦੂਕ ਰੱਖੇ। ਸਭ ਬੋਲਣ ਨਹੀਂ ਦਿੰਦੇ ਆ। ਕਿਹਦਾ ਪਤਾ ਨਹੀਂ ਬੋਲੀ ਇਹ ਜਾਂਦੇ ਨੂੰ ਸ਼ਰਮ ਹੈ। ਕਿਹਨੂੰ ਗੱਲ ਨਹੀਂ ਕਰਨ ਦੇ ਡਿਆ। ਤੁਸੀਂ ਉਹਦੇ ਮੋਢੇ ਤੇ ਰੱਖੋ ਬੰਦੂਕ, ਉਹ ਤੁਹਾਡੇ ਮੋਢੇ ਤੇ ਬੰਦੂਕ ਰੱਖੇ, ਦੋਵੇਂ ਇੱਕੋ ਪਾਸੇ ਛਾਪੇ ਨੂੰ ਤੁਸੀਂ ਦੋਵੇਂ ਉੱਪਰ ਤੇ ਮਾਰੀ ਰਸੂਲਾਂ ਦੇ ਸਾਹਮਣੇ ਤੇ ਤੁਸੀਂ ਤੋਹੀਨ ਕਰਦੇ ਹੋ। ਸ਼ਰਮ ਨਹੀਂ ਆਉਂਦੀ ਤੁਹਾਨੂੰ। ਉਹ ਬਕਵਾਸ ਰਾਣਾ ਸਾਹਿਬ ਖਾਮੋਸ਼ ਹੋ ਜਾਓ। ਸ਼ਰਾਬਤ ਦੀ ਜ਼ਬਾਨ ਸਮਝ ਨਹੀਂ ਆਉਂਦੀ। ਸਕਦਾ ਤੂੰ ਸ਼ਰਾਬਤ ਦੀ ਜ਼ਬਾਨ ਸਮਝ ਨਹੀਂ ਗੱਲ ਆਉਂਦੀ। ਕਰਨ ਤੈਨੂੰ ਕਿਹੜੀ ਲੋੜ ਹੈ ਸਾਂਭ ਚੁਸਣ ਦੀ? ਤੂੰ ਸਾਰ ਤੇ ਜਾ। ਦਾ ਬੱਚਾ ਬੰਦ ਰਾਣਾ ਦਾ ਸਹੀ ਗੱਲ ਕਰਨ ਡਿਆ ਤੈਨੂੰ ਆਪਣੀ ਮਾਂ ਦੇ ਬਾਰੇ ਨਾ ਇੱਥੇ ਗੱਲਾਂ ਕਰ, ਤੂੰ ਸਾਰ ਤੇ ਜਾ। ਤੂੰ ਹਰ ਇੱਕ ਇਲਜ਼ਾਮ ਨਾਲ ਹੁਣ ਇਹਨੇ ਗਾਲਾਂ ਓਏ ਆਪਣੀ ਮਾਂ ਦੀਆਂ ਗੱਲਾਂ ਤੁਹਾਨੂੰ ਨਾ ਦੱਸ, ਤੈਨੂੰ ਕਿਹੜੀ ਲੋੜ ਹੈ? ਜਿੱਦਾਂ ਤੂੰ ਹੈ ਸ਼ੈਤਾਨ ਦਾ ਪੁਜਾਰੀ ਹੈ, ਤੈਨੂੰ ਸਮਝ ਨਹੀਂ ਇਹ ਆਉਂਦੀ। 2 ਮਿੰਟ ਤੂੰ ਹੈ ਸ਼ੈਤਾਨ ਦਾ ਪੁਜਾਰੀ, ਤੈਨੂੰ ਕਿਹੜੀ ਲੋੜ ਪਈ ਗੱਲ ਕਰਨ ਦੀ? ਤੇਰਾ ਪਿਓ ਸ਼ੈਤਾਨ ਹੈ, ਜਾ ਕੇ ਆਪਣਾ ਪਹਿਲਾਂ ਪਿਓ ਲੱਭ। ਬਕਵਾਸ ਕਰਦਾ ਤੂੰ ਆਪ ਤੂੰ ਜਾ, ਤੂੰ ਨਹੀਂ ਆਖਿਆ ਮੈਂ ਸ਼ੈਤਾਨ ਦੇ ਇਹਨਾਂ ਦੇ ਪਿਓ ਦਾ ਪਤਾ ਨਹੀਂ ਉਹਨਾਂ ਦੇ ਕਿਹੜੇ ਪਿਓ ਨੇ ਮੈਂ ਅਗਲੀ ਵਾਰ ਨਾ ਤੂੰ ਅੰਨਾ ਮੈਂ ਸ਼ੈਤਾਨ ਦਾ ਪੁਜਾਰੀ ਹਾਂ। ਪੀਰ ਨੇ ਦਿੱਤਾ ਹੋਣਾ ਇਹਨੂੰ ਅਬੂ ਬਕਰ ਮੀਰ ਨੂੰ ਇਹ ਨੂੰ ਪਤਾ ਹੀ ਨਹੀਂ ਯਾਰ ਤੂੰ ਕਹਿ ਕੇ ਦਿਮਾਗੇ ਆਂਦੀ ਤੁਹਾਡੇ ਮੁਕਾਬਲੇ ਨਹੀਂ ਹੈ ਸ਼ੈਤਾਨ ਦੇ ਪੁਜਾਰੀ ਨੇ, ਤੇ ਫਿਰ ਤੁਸੀਂ ਦੋਵੇਂ ਆਏ ਗੱਲ ਕਰ ਲਓ। ਮੈਂ ਤੈਨੂੰ ਕਿਹੜੀ ਲੋੜ ਪਈ ਕਿ ਰਿਸ਼ਤੇਦਾਰੀ ਇਹਨਾਂ ਦੇ ਨਾਲ? ਫਲਾਣੇ ਦੇ ਸ਼ੈਤਾਨ ਦੇ ਕੀ ਰਿਸ਼ਤੇਦਾਰੀ ਇਹਨਾਂ ਦੇ ਨਾਲ? ਮੈਨੂੰ ਦੱਸ ਕੁੱਤਾ ਖਾ ਗਿਆ ਹੋਰ ਤੇਰੇ ਵਾਲਾ ਹਜ਼ਰਤ ਦੇ ਪੁਜਾਰੀ ਹੋਈ ਆ ਉਹਦਾ ਧੀਆ ਭੈਣਾਂ ਇੱਕ ਦੂਜੇ ਨਾਲ ਵੰਡੀਆਂ ਨੇ, ਕੀ ਰਿਸ਼ਤੇਦਾਰੀ ਹੈ ਇੱਕ ਦੂਜੇ ਨਾਲ? ਤੁਸੀਂ ਇੱਥੇ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਉਹ ਇੱਥੇ ਤੁਸੀਂ ਤੁਹਾਨੂੰ ਸ਼ਰਮ ਨਹੀਂ ਆਉਂਦੀ? ਜਾ ਕੇ ਬੱਚੇ ਲੈਂਦੀਆਂ ਨੇ ਤੁਹਾਡੀਆਂ ਜ਼ਬਾਨਾਂ ਨਾ ਵੱਢ ਲਈਏ, ਤੁਸੀਂ ਭੌਂਕੋ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਬਾਨਾ ਤੋਂ ਵਸੱਲਮ ਵੱਡਾ ਤੂੰ ਜ਼ਬਾਨ ਵੱਡਣ ਵਾਲਾ ਇੱਥੇ ਬੋਲ ਤੁਸੀਂ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੀ ਸ਼ਾਤਨੀਅਤ ਕਰੋ, ਤੁਹਾਡੀਆਂ ਜ਼ਬਾਨਾਂ ਨਾ ਖਿੱਚ ਲਈਏ। ਐਡਾ ਜ਼ਬਾਨ ਵੱਡਣ ਵਾਲਾ ਸਾਹਮਣੇ ਹੋ ਤੇ ਤੁਹਾਡੇ ਮੂੰਹ ਦੇ ਵਿੱਚ ਦੇਹ ਦੇ ਕੇ ਨਮਕ ਖੋਲ੍ਹਣੇ ਆ। ਚੱਲ ਤੁਹਾਡਾ ਬੇਹਯਾ ਹੋ, ਬੇਸ਼ਰਮ। ਥੱਲੇ ਬਕਵਾਸ ਕਰਦਾ ਬਗੈਰ ਕੁੱਤਾ ਖਾ ਗਿਆ ਤੂੰ। ਦੌੜ ਜਾ ਇੱਥੋਂ ਤੁਸੀਂ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤ ਤੇ ਭੌਂਕੋ, ਤੁਹਾਨੂੰ ਸ਼ਰਮ ਨਹੀਂ ਆਉਂਦੀ? ਫਿਰ ਆਉਂਦੇ ਹੋ ਅਸੀਂ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੂੰ ਬੁਲਾਣਾ। ਤੁਸੀਂ ਇਹ ਜਾਨੋ ਪ੍ਰਭਾਵ ਕਰਦੇ ਹੋ, ਤੁਸੀਂ ਇਹ ਜਾਨੋ ਪ੍ਰਭਾਵ ਕਰਦੇ ਹੋ ਕਿ ਆਂਦੇ ਕਿ ਉਹਨਾਂ ਦੀ ਕੋਈ ਗਲਤੀ ਕੀਤੀਆਂ ਨੇ। ਜਾਨ ਕੁਰਬਾਨ ਕਰਨ ਵਾਲੇ ਉਹਨਾਂ ਤੋਂ ਉਹਨਾਂ ਆਪਣੇ ਦਾਅਵਿਆਂ ਦਾ ਆਪਣੇ ਅਕੀਦਾ ਤੋਂ ਤੋਬਾ ਕੀਤੀ ਹੈ। ਇਹਨੇ ਬੰਦੇ ਨੂੰ ਸਬਰ ਦੇਖਣਾ। ਹਾਂ ਉਹ ਖਾਮੋਸ਼ ਤੇ ਹੋਵੋ। ਬੋਲੀ ਜਾ ਰਿਹਾ ਗੱਲ ਵੀ ਨਹੀਂ ਕਰਨ ਦੇ ਇਹ ਬੜਾ ਇਮਾਨਦਾਰ ਹੈ, ਬਾਕੀ ਸਾਰੇ ਬੇਈਮਾਨ ਬੈਠੇ। ਤੈਨੂੰ ਕਿਹੜੀ ਲੋੜ ਹੈ ਬੋਲਣ ਦੀ? ਤੈਨੂੰ ਲੋੜ ਕੀ ਹੈ ਬੋਲਣ ਦੀ? ਤੂੰ ਸਾਰ ਜਾ। ਤੂੰ ਮੈਨੂੰ ਦਾਣੇ ਦੇਣਾ। ਕਾਦੀ ਬੋਲਣ ਦੀ ਓਏ ਕਿਉਂ ਆਪਣੀ ਭੈਣ ਨੂੰ ਕਿੱਥੇ ਲਿਆਉਣਾ? ਕਿ ਨਾ ਲਿਆਉਣਾ, ਅਸੀਂ ਤੇਰੀ ਭੈਣ ਨੂੰ ਇੱਜ਼ਤ ਕਰਨਾ ਆਉਂਦੀ ਹੈ, ਅਸੀਂ ਤੇਰੀ ਭੈਣ ਨੂੰ ਨਹੀਂ ਕਰਦੇ। ਕਿਉਂ ਆਪਣੀ ਭੈਣ ਵਿੱਚ ਲਿਆਉਣਾ? ਆਪਣੀ ਭੈਣ ਕਿਉਂ ਵਿੱਚ ਲਿਆਉਣਾ? ਬਕਵਾਸ ਨਾ ਕਰ। ਆਪਣੀਆਂ ਤੁਸੀਂ ਪੀਰਾਂ ਨੂੰ ਪੇਸ਼ ਕਰਦੇ ਨੇ ਚੈੱਕ ਕਰ ਤੂੰ। ਓਏ ਅਸੀਂ ਤੁਹਾਡੀਆਂ ਭੈਣਾਂ ਨੂੰ ਭੈਣਾਂ ਵਾਲੀ ਸਮਝਦੇ ਹਾਂ ਕਿ ਅਸੀਂ ਕਿਉਂ ਭੈਣਾਂ ਆਪਣੀ ਭੈਣਾਂ ਨੂੰ ਆਉਂਦੇ ਹੋ? ਤੇਰੇ ਅਰਗਤ ਉਹ ਤੁਹਾਡੀ ਗੱਲ ਸਮਝੀ ਆਪਣੀ ਭੈਣਾਂ ਨੂੰ ਆਉਂਦੇ ਹੋ ਵਿੱਚ। ਪੂਰਾ ਗੱਲ ਸਮਝੀ ਹੋਏ। ਲੈਣ ਜਾਂਦੀਆਂ ਪੂਰਾ ਤੇਰੀਆਂ ਮਲਾਈ ਮਠਾਈ ਵੰਡਣੇ ਤੇ ਓਏ ਆਪਣੀਆਂ ਭੈਣਾਂ ਵਿੱਚ ਲੈ ਕੇ ਆਉਂਦੇ ਹੋ, ਤੁਹਾਡੀ ਗੱਲ ਮਰ ਗਈ ਏ। ਉਹਨੂੰ ਤਾਂ ਤੇਰੇ ਪਿਓ ਦਾ ਨਹੀਂ ਪਤਾ ਨਾ ਜਾਈਓ, ਤੁਹਾਡੀ ਗੱਲ ਮਰ ਗਈ। ਆਪਣੀ ਲੈ ਕੇ ਆਉਂਦੇ ਹੋ ਤੇ ਵਿੱਚ ਮੈਦਾਨ ਦੇ। ਤਾਰ ਸਾਹਿਬ ਮਿਊਟ ਕਰ। ਤੁਹਾਡੇ ਚ ਮਰ ਗਈ ਕਿ ਆਪਣੀ ਭੈਣਾਂ ਲੈ ਕੇ ਆਉਂਦੇ ਹੋ। ਤਾਰ ਸਾਹਿਬ ਮਿਊਟ ਹੁਣ ਕਰ। ਭੈਣਾਂ ਲੈ ਕੇ ਆਉਂਦੇ ਹੋ, ਸ਼ਰਮ ਨਹੀਂ ਆਉਂਦੀ? ਅਬੂ ਬਕਰ ਮੀਰ ਤੇਰੇ ਜੰਮਣ ਦੇ ਪੂਰੇ ਮਹੱਲੇ ਨੇ ਮਠਿਆਈ ਵੰਡੀ ਹੂੰ ਤੇ ਮੇਰਾ ਹਜੇ ਤੱਕ ਤੇਰਾ ਪਿਓ ਨਹੀਂ ਲੱਭਾ, ਤੂੰ ਇੱਥੇ ਗੱਲਾਂ ਕਰਨਿਆ। ਓਏ ਕਿਉਂ ਆਪਣੀ ਮਾਂ ਨੂੰ ਲਿਆਉਂਦਾ? ਤੇਰੀ ਮਾਂ ਸਾਡੀ ਵੀ ਮਾਂ ਹੈ, ਆਪਣੀ ਮਾਂ ਨੂੰ ਕਿਉਂ ਲਿਆਉਂਦਾ ਵਿੱਚ? ਤੂੰ ਮੇਰੀ ਭੈਣ ਤੇ ਆਏਗਾ, ਤੂੰ ਮੇਰੀ ਭੈਣ ਤੈਨੂੰ ਤੇ ਹਜ਼ਾਰ ਨਹੀਂ ਆਉਂਦੀ?
ਬਾਤੇ ਸ਼ਰਮ ਨਹੀਂ ਕੋਈ ਆਪਣੀ ਮਾਂ ਨੂੰ ਵਿੱਚ ਪਾਈ ਕਿੱਥੇ ਰਹਿ ਗਿਆ ਤੈਨੂੰ ਇੱਜ਼ਤ ਨਹੀਂ ਕਰਾਣੀ ਉਹ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਤੁਸੀਂ ਬਹੁਤ ਦੀ ਚੁੱਪ ਕਰਕੇ ਬਹਿ ਜਾਈਏ ਬਾਣਾ ਪੜ ਜਾਈਏ ਅਸੀਂ ਉਹ ਚੱਲ ਦੌੜ ਉਹ ਤੁਸੀਂ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤ ਦੇ ਭਾਗੋ ਤੇ ਚੁੱਪ ਚੱਲ ਕਰਕੇ ਦੌੜ ਕੇ ਕਬਰਸਤਾਨ ਦੇ ਉੱਤੇ ਲਈ ਫਿਰਦੇ ਨੇ ਤੂੰ ਆਪਣੀ ਮਾਂ ਨੂੰ ਕਦੀ ਵਿੱਚ ਲੈ ਆਉਂਦਾ ਕਦੀ ਆਪਣੇ ਭੈਣਾਂ ਨੂੰ ਵਿੱਚ ਲੈ ਤੁਹਾਡੀ ਯਾਰ ਤੂੰ ਮਰ ਗਈ ਹੈ ਪਿਓ ਦਾ ਤੁਹਾਨੂੰ ਆਪਣੀ ਮਾਂ ਭੈਣ ਦੀ ਜ਼ਰੂਰਤ ਨਹੀਂ ਕਿਹੜਾ ਪੀਰ ਉਹ ਤੁਹਾਨੂੰ ਆਪਣੀ ਮਾਂ ਭੈਣ ਦੀ ਇੱਜ਼ਤ ਨਹੀਂ ਸਮਝਾਈ ਇਹ ਬਣਾ ਕੌਣ ਲੈ ਗਿਆ ਪਹਿਲਾਂ ਹਸਾਨੀ ਸਾਹਿਬ ਬਾਤ ਹੀ ਮਰ ਗਈ ਹੈ ਤੁਹਾਡੀਆਂ ਕਦੀ ਮਾਂ ਨੂੰ ਵਿੱਚ ਲੈ ਆਉਂਦੀ ਹੋ ਆਪਣੀ ਨੂੰ ਕਦੀ ਆਪਣੀ ਭੈਣ ਨੂੰ ਵਿੱਚ ਲੈ ਆਉਂਦੀ ਹੋ ਉਹ ਤੁਹਾਡੇ ਪੈਰਾਂ ਵਿੱਚ ਸਾਹ ਕੋਈ ਨਹੀਂ ਲਿਆ ਤੁਹਾਡੇ ਤੇਰੇ ਪੈਰਾਂ 'ਚ ਕੀ ਹੈ ਤੂੰ ਕਿਉਂ ਵਿੱਚ ਲਿਆਉਣਾ ਕਦੀ ਆਪਣੀ ਭੈਣ ਨੂੰ ਲਿਆਉਣਾ ਕਦੀ ਮਾਂ ਨੂੰ ਲਿਆਉਣਾ ਸ਼ਰਮ ਨਹੀਂ ਆਉਂਦੀ ਤੂੰ ਲੈ ਗਿਆ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੇ ਭੌਂਕਣ ਦੇ ਕੁੱਤੇ ਆ ਰਹੇ ਮੈਂ ਇਹਨਾਂ ਨੂੰ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੇ ਕੁੱਤੇ ਆ ਭੌਂਕਦੇ ਨੇ ਤੁਸੀਂ ਪੰਜਾਬ ਦੇ ਸ਼ਰਮ ਇਹਨਾਂ ਨੂੰ ਕਾਹਦੀ ਸ਼ਰਮ ਨਹੀਂ ਆਉਂਦੀ खामोश हो वो जरा हो खामोश हो वो अबू बकर मीर भाई खामोश हो जाए यार कोई एक लफ्ज ਨਹੀਂ ਯਾਰ ਅਲੀ ਭਾਜੀ ਨੂੰ ਬਿਲਕੁਲ ਗੈਰਤ ਗੱਲ ਨੂੰ ਛੱਡ ਦਿਓ ਗੱਲ ਇਹਨਾਂ ਦੀ ਗੈਰਤ ਬਿਲਕੁਲ ਮਰ ਗਈ ਆਂਦੇ ਨੇ ਕਿ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਵੀ ਆਪਣੇ ਅਕੀਦੇ ਬਦਲੇ और ਤੁਹਾਡੀ ਲੱਖ ਨਾਲ ਤੁਹਾਡੀ ਜ਼ਿੰਦਗੀ ਤੇ ਤੁਹਾਡੀ ਲੱਖ ਨਾਲ ਤੁਹਾਡੀ ਸਾਰੀ ਜ਼ਿੰਦਗੀ ਤੇ ਜਿਹੜੀ ਗੁਜ਼ਰ ਗਈ ਹੈ कहने क्या ਇਹ ਤੁਸੀਂ ਹੁਣ ਕੀ ਬਕਵਾਸ ਕਰ ਰਹੇ ਹੋ ਚੱਲ ਤੇ ਮਲਕ ਵੀ ਇਹੀ ਬਕਵਾਸ ਕਰਕੇ ਗਿਆ ਕਿ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਆਪਣੇ ਅਕੀਦੇ ਬਦਲੇ ਨੇ नहीं ਬਦਲਿਆ ना मेरे करीम ने बदलिया ਇਹ ਤੈਨੂੰ ਗਲਤਫਹਿਮੀ ਹੋਣ ਡਈ ਹੈ ਨਾ ਤੂੰ ਇੱਕ ਕਿਹੜਾ ਅਕੀਦਾ ਬਦਲਿਆ ਤੁਹਾਨੂੰ ਜਦੋਂ ਮਿਲਦਾ ਗੁਲਾਮਾਂ ਨੂੰ ਕਾਦੀਆਨੀ ਦੀ ਆ ਤੁਹਾਡੇ ਸਾਹਮਣੇ ਆਉਂਦੀ ਆ ਹੁਣ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਤੂੰ ਇਹ ਤੋਂ ਇਨਕਾਰ ਕਰਕੇ ਜਦੋਂ ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਵਾਅਦਾ ਕਰ ਰਹੇ ਸੀ ਉਹਨਾਂ ਨੇ ਕੁਫਾਰੇ ਮੱਕਾ ਨੇ ਕਿਹਾ ਕਿ ਤੁਸੀਂ ਆਪਣੇ ਨੂੰ ਰਸੂਲullah ਨਾਲੋਂ ਕੱਟ ਦਿਓ ਨਹੀਂ ਕੱਟਿਆ ਤੂੰ ਇਨਕਾਰ ਕਰਦਾ ਦੇ ਤੋਂ ਇਸੇ ਤਰ੍ਹਾਂ ਹੀ ਅਗਰ ਤੁਹਾਨੂੰ ਨਬੀ ਦੇ ਲਫ਼ਜ਼ ਤੋਂ ਤਕਲੀਫ ਆ ਤੇ ਮਿਰਜ਼ਾ ਸਾਹਿਬ ਨੇ ਕਿਹਾ ਤੁਸੀਂ ਨਬੀ ਕੱਟ ਕੇ ਮੁਹੱਦਸ ਸਮਝ ਲਓ ਮੈਨੂੰ ਇੰਨੀ ਗੱਲ ਆ ਸਾਰੀ ਕਿਸੇ ਨੇ ਕੋਈ ਅਕੀਦਾ ਨਹੀਂ ਬਦਲਿਆ ਤੂੰ ਇੱਕ ਦਾ ਕਹਿੰਦਾ ਬਦਲਿਆ ਇੱਕ ਦਾ ਕਹਿੰਦਾ ਨਹੀਂ ਬਦਲਿਆ ਹੁਣ ਤੇਰੇ ਮਿਆਰ ਤੇ ਰਹਿਣਾ ਸਭ ਨੇ ਉਹ ਤੇ ਮਿਰਜ਼ਾ ਸਾਹਿਬ ਕਿ ਨੇ ਆਪਣੀਆਂ ਕਿਤਾਬਾਂ ਉਹ ਯਾਰ ਤੇ ਰਸੂਲ ਕਰੀਮ ਨੇ ਵੀ ਤੇ ਆਪਾ ਹੀ ਕੱਟਿਆ ਨਾ ਕਟਵਾਦਾ ਨਾਮ ਕਿਉਂ ਨਹੀਂ ਸਮਝਦਾ ਕਿਹੜੀ ਸ਼ਾਦਮੀਅਤ ਹੋਣ ਡਈ ਯਾਰ ਤੁਸੀਂ ਤੁਹਾਨੂੰ ਇੱਕ ਮਿਸਾਲ ਦਿੱਤੀ ਨਬੀ ਦੀ ਨਬੀ ਨਹੀਂ ਦੇਣੀ ਮਿਸਾਲ ਕਿਸੇ ਨੇ ਦੱਸੋ ਰਾਣਾ ਸਾਹਿਬ ਇੱਕ ਗੱਲ ਦੱਸੋ ਤੁਸੀਂ ਕਹਿੰਦੇ ਹੋ ਮੈਂ 52 ਸਾਲ ਅਹਿਮਦੀ ਰਿਹਾ ਵਾਂ ਹਾਂ ਤੁਸੀਂ ਅਹਿਮਦੀਅਤ ਕਿਉਂ ਛੱਡੀ ਏ ਹੈ ਮੈਂ ਇਸਲਾਮ ਵੀ ਛੱਡਿਆ ਮੈਂ ਪੜ੍ਹੀ ਇਸਲਾਮ ਦੇ ਸਭ ਬਾਰੇ ਸਾਰਾ ਕੁਝ ਪੜ੍ਹ ਕੇ ਛੱਡਿਆ ਮੈਂ ਅਰਜਾ ਹੁਣ ਤੁਸੀਂ ਮੌਜੂਦਾ ਕੀ ਹੋ ਮੈਂ ਕੁਝ ਵੀ ਨਹੀਂ ਆ ਯਾਨੀ ਮੁਲਹਿਦ ਹੋ ਨਹੀਂ ਤੂੰ ਕਿ ਇਸਲਾਮ ਦਾ ਠੇਕੇਦਾਰ ਹੈ ਉਹਨਾਂ ਨੂੰ ਮੁਲਹਦ ਕਹਿਣ ਵਾਲਾ ਮੈਨੂੰ ਕੋਈ ਮੁਲਹਦ ਨਹੀਂ ਕਹਿ ਸਕਦਾ ਮੇਰਾ ਤਾਰ ਸਾਹਿਬ ਤੁਸੀਂ ਚੁੱਪ ਕਰੋ ਪਲੀਜ਼ ਅਲੀ ਹੱਕ ਭਾਈ ਮੇਰਾ ਕੋਈ ਗੱਲ ਕਰ ਰਹੇ ਨਾ ਕਰਨ ਦੇ ਉਹਨਾਂ ਨੂੰ ਸਕੂਨ ਨਾਲ ਕੋਈ ਗੱਲ ਨਾ ਕੋਈ ਚੱਕਰ ਨਹੀਂ ਹੈਗਾ ਤਾਹਰ ਮੁਸ਼ਰਕ ਦੇ ਨਾਲ ਮੁਲਹਦ ਤਾਹਰ 139 ਅਲੀ ਅਕਬਾਈ ਮੇਰੀ ਗੱਲ ਸੁਣੋ ਇੱਥੇ ਗੱਲ ਹੋ ਰਹੀ ਸੀ ਮਿਰਜ਼ਾ ਸਾਹਿਬ ਨੇ 1892 ਦੇ ਵਿੱਚ ਇਹ ਤਹਰੀਰ ਲਿਖੀ ਉਹਨਾਂ ਕਿਹਾ ਕਿ ਜਿੱਥੇ ਜਿੱਥੇ ਨਬੀ ਲਿਖੀ ਹੈ ਉਹਨੂੰ ਕੱਟਿਆ ਖਿਆਲ ਕਰਕੇ ਮੁਹੱਦਸ ਕਰ ਲੋ ਓਏ ਦੋਵੇਂ ਉਹਦੇ ਚੇਂਜ ਹੋ ਗਏ ਨੇ ਮੁਹੱਦਸ ਉਹਦਾ ਅਲੱਗ ਹੈ ਔਰ ਨਬੀ ਉਹਦਾ ਅਲੱਗ ਹੈ ਮਿਰਜ਼ਾ ਸਾਹਿਬ ਨੇ ਆਪਣੇ ਨਬੀ ਹੋਣ ਤੋਂ ਇੱਥੇ ਇਨਕਾਰ ਕਰ ਦਿੱਤਾ ਉਹਨਾਂ ਕਿਹਾ ਮੈਂ ਨਬੀ ਨਹੀਂ ਆ ਮੁਹੱਦਸ ਹਾਂ ਤੇ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਕਿੱਥੇ ਆਪਣਾ ਅਕੀਦਾ ਬਦਲਿਆ ਤੁਸੀਂ ਕਿਵੇਂ ਮਿਸਾਲ ਦੇ ਸਕਦੇ ਹੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਹਯਾ ਨਹੀਂ ਆਉਂਦੀ ਏਦਾਂ ਦੇ ਮਰਜ਼ੀ ਜਵਾਬ ਦੇਵੇ ਕਿੱਥੇ ਤਾਹਿਰ ਕਿੱਥੇ ਗਿਆ ਬੁਲਾਓ ਉਹਨੂੰ ਜਵਾਬ ਦੇਵੇ ਜਿਹਨੇ ਆਖਿਆ ਉਹਨਾਂ ਵੀ ਆਪਣਾ ਅਕੀਦਾ ਬਦਲਿਆ ਹੈ ਕਿਵੇਂ ਬਦਲਿਆ ਫਿਰ ਤੂੰ ਕਹਿਣਾ ਸ਼ਾਦਮੀਅਤ ਕਰਦੇ ਪਤਾ ਸ਼ਾਦਮੀਅਤ ਕਰੋ ਯਾਰ ਗੱਲ ਮੇਰਾ ਤਾਂ ਬਲੱਡ ਪ੍ਰੈਸ਼ਰ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਨੇ ਆਖਿਆ ਕਿ ਉਹ ਕਿ ਰਸੂਲ ਲਫ਼ਜ਼ ਕੱਟ ਦਿਓ ਉਹਨਾਂ ਆਪਣੇ ਦਾਅਵੇ ਤੋਂ ਰਜੂ ਕੀਤਾ ਹੈ ਉਹਨਾਂ ਆਖਿਆ ਕਿ ਮੈਂ ਰਸੂਲ ਕੋਈ ਨਹੀਂ ਉਹਨਾਂ ਆਖਿਆ ਮੈਂ ਨਬੀ ਕੋਈ ਨਹੀਂ ਕਿ ਅਸੀਂ ਕਰਨ ਦੇ ਆ ਇਹ ਸ਼ਾਦਮੀਅਤ ਤੋਂ ਕਿਹਨੇ ਕੀਤੀ ਹੈ ਕਿ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਨੇ ਆਪਣਾ ਅਕੀਦਾ ਬਦਲਿਆ ਕਿਹਨੇ ਕੀਤੀ ਸ਼ਾਦਮੀਅਤ ਹੈ ਸਾਡੀਆਂ ਕਬਰਾਂ ਕਿਹੜਾ ਭੌਂਕਿਆ ਕਿ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਨੇ ਆਪਣਾ ਅਕੀਦਾ ਬਦਲਿਆ ਕਿਹਨੇ ਭੌਂਕਿਆ ਸਭ ਦੇ ਨਾਮ ਮੁਹੰਮਦ ਕਬਰਾਂ ਦੇ ਉੱਤੇ ਕੌਣ ਭੌਂਕਿਆ ਸੀ ਕਿ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਨੇ ਆਪਣਾ ਅਕੀਦਾ ਬਦਲਿਆ ਉਹ ਮਤਲਬ ਕਿਉਂ ਨਸਿਆ अबू बकर मीर भाई वो आदमी चला गया हुआ है तलत मलक साहब चले गए हुए हैं जिन्होंने जवाब देना था इस बात का वो भाग गए हुए हैं ये ताहर 139 गुफ्तगू अली अकबाई मैं भी एक बात तो सुन लेना दुबई हो ना अपना ड्रेस दे मैं तेरे को उठे लाइव आके गल करना आमने सामने बैठ के गल करना ਉਹ ਤਾਂ ਚੱਲ ਇਹ ਬਣੀ ਇਸਰਾਈਲ ਵਾਲੇ ਵੀ ਤੇ ਮਤਲਬ ਤਲਬ ਨਹੀਂ ਤੇ ਦੁਬਈ ਹੁੰਦੇ ਨੇ ਮੇਰੇ ਨਾਲ ਸਾਹਮਣੇ ਬਹਿ ਕੇ ਗੱਲ ਕਰੋ
ਆ ਓਏ ਇੱਥੇ ਤਾਹਰ ਬੈਠੀ ਸਾਹਿਬ ਮੈਂ ਕਹੋ ਕਿ ਤੁਸੀਂ ਮਿਰਜ਼ਾ ਸਾਹਿਬ ਦੀ ਕੀ ਮੰਨਦੇ ਹੋ? ਹਰ ਰੋਜ਼ ਭੌਂਕਦੇ ਰਹਿੰਦੇ ਨੇ। ਮੈਂ ਐਡਰੈਸ ਵੀ ਤੈਨੂੰ ਦੇਖੋ, ਕਰਨਾ ਹੈਗਾ, ਗਰਮ ਮੇਰੇ ਨਾਲ ਗੋਲੀ ਦੇ ਬਹਿ ਕੇ ਦੇਣਾ ਗੱਲ ਕਰ, ਬਹਿ ਕੇ ਤੇਰੀ ਖਿਦਮਤ ਵੀ ਕਰਾਂਗੇ, ਸੇਵਾ ਵੀ ਕਰਾਂਗੇ, ਤੈਨੂੰ ਆਪਣੇ ਘਰ ਵਿੱਚ ਬਹਾ ਕੇ ਡਰਾਇੰਗ ਰੂਮ ਦੇ ਵਿੱਚ ਇਹ ਬੜੀ ਤੇਰੇ ਨਾਲ ਧਮਕੀਆਂ ਗੱਲ ਲਾਉਂਦਾ ਕਰਾਂਗੇ। ਹੈ ਤਾਰ ਨਹੀਂ, ਇਹ ਬੜੀ ਧਮਕੀਆਂ ਲਾਉਂਦਾ ਦੱਸ ਹੈ ਕਿੱਥੇ ਤਾਹਿਰ ਪਾਕਿਸਤਾਨ ਕਿੱਥੇ ਆਉਣੇ ਦੱਸ। ਚੁੱਪ ਕਰ, ਤੈਨੂੰ ਨਾ ਕਿਸੇ ਗੱਲ ਦਾ ਪਤਾ, ਆ ਕੇ ਵਿੱਚ ਬਕਵਾਸ ਕਰਨੀ ਸ਼ੁਰੂ ਕਰ ਦੇਣਾ। ਤੈਨੂੰ ਕਿਸੇ ਨੇ ਕੋਈ ਗੱਲ ਕੀਤੀ ਹੈ? ਤਾਹਿਰ और ਪਾਕਿਸਤਾਨ यार ਕਿੱਥੇ और ना धमकियां लाया कर यार, तेरी नहीं इतनी औकात है, ਪਾਕਿਸਤਾਨ क्यों ਨੂੰ है ਇੱਥੇ ਹੀ धमकियां ਆ, लाना? ਯੂਰਪ ਚ ਆ ਜਾ ਇੱਥੇ ਹੀ। ਤੇ ਯੂਰਪ ਵਿੱਚ ਉੱਥੇ ਅੰਬ ਲੈਣਾ ਪਿਆ, ਯੂਰਪ ਵਿੱਚ ਇੱਥੇ ਪਾਕਿਸਤਾਨ ਆ। ਅੰਬ ਲੈਣਾ ਤਾਂ ਕੀ, ਅੰਬ ਜਿਹੜੇ ਨੇ ਯੂਰਪ ਚ ਲੱਭਦੇ ਨੇ। ਨਹੀਂ ਤੇ ਇੱਥੇ ਦੁਬਈ ਆ ਜਾ, ਇਹ ਤਾਂ ਤੀਸਰੀ ਮੈਨੂੰ ਜਗ੍ਹਾ ਦੱਸ ਤੇ। ਨਾ, ਅੰਬ ਆਉਂਦੇ ਕਿੱਥੋਂ ਨੇ? ਨਾ ਪਾਕਿਸਤਾਨ ਤੇ ਨਾ ਯੂਰਪ, ਨਾ ਤੇਰਾ ਘਰ ਨਾ ਮੇਰਾ ਘਰ, ਇੱਥੇ ਦੁਬਈ ਆ ਜਾ। अबू बकर दुबई मीर आ जा, भाई दुबई भी आ जाएंगे। ये सादा जा बंदा है, छोड़ दे इन्नू ਆ ਨਾ ਆ ਜਦੋਂ ਦੁਬਈ ਆਉਣਾ ਹੈ ਉੱਥੇ ਹੀ ਆ ਜਾਵਾਂਗੇ। ਆ ਦੁਬਈ ਆ ਨਾ, ਮੈਂ ਤੈਨੂੰ ਨੰਬਰ ਵੀ ਦੇਣਾ, ਆਪਣਾ ਐਡਰੈਸ ਵੀ ਦੇਣਾ। ਆ ਦੁਬਈ ਆਮਨੇ ਸਾਹਮਣੇ ਬਹਿ ਕੇ ਗੱਲ ਕਰਨੀ ਆ। ਬੜਾ ਵੱਡਾ ਇੱਥੇ ਮੇਰੇ ਸਾਹਮਣੇ ਬਹਿ ਕੇ और ਕੁੱਤੇ इन्नू ਹਾਲ छोड़ ਪਾਉਂਦੇ ਆ। दो, ये सादा शदाई जा बंदा है, छोड़ दे इन्नू, बेचारा है, छोड़ दे ਸ਼ਦਾਈ ਪਿਆਰ ਮੈਂ ਕੀਤਾ ਕੋਈ ਤੇਲ ਦਾ ਕਾਰੋਬਾਰ ਨਹੀਂ ਨਾ ਕਰਦਾ, ਮੈਂ ਸ਼ਦਾਈ ਆ। बेटा। ਮਤਲਬ ਕੈਸਰ ਸਾਹਿਬ ਹਰ ਇਹ ਤੁਹਾਡਾ ਜਿਹੜਾ ਮੇਨ ਹੈੱਡ ਆਫਿਸ ਹੈ ਇਹ ਕਿੱਥੇ ਵੇ? ਇੰਗਲੈਂਡ ਦੇ ਵਿੱਚ ਕਿ ਯੂਕੇ ਦੇ ਵਿੱਚ? ਤੂੰ ਹੈ ਡਾਫਰ ਨਾ ਕਰਨਾ, ਜੇ ਤੇ ਬੈਤ ਕਰਨੀ ਹੈ ਆ ਜਾ, ਤੈਨੂੰ ਉੱਥੇ ਲੈ ਉਹੀ ਜਾ। ਤੇ ਮੈਂ ਪੁੱਛਣਾ ਪਿਆ ਵਾ ਨਾ, बैत किदी करनी है, बैत किदी करनी है? ਜੇ ਜਮਾਤ ਅਹਿਮਦੀਆ ਸ਼ਾਮਲ ਹੋਣਾ, ਅੱਲਾ ਦੇ ਫਜ਼ਲ ਨਾਲ ਤੁਸੀਂ, ਤੁਹਾਨੂੰ ਖੁਦਾ ਨੇ ਹਦਾਇਤ ਦੇਤੀ ਹੈ ਤੇ ਹੈਡ ਆਫਿਸ ਮੈਂ ਤੈਨੂੰ ਲੈ ਕੇ ਜਾਵਾਂਗਾ। किदी बैत किदी करनी है? ਤੇ ਜੇ ਪਾਕਿਸਤਾਨ ਚ ਤੇ ਉੱਥੇ ਵੀ ਤੈਨੂੰ ਹੈਡ ਆਫਿਸ ਲੈ नहीं नहीं, ਜਾਂਦੇ बैत करनी किस दी है, किस दी बैत करनी है? ਇੱਥੇ ਮੈਂ ਕੈਸਰ ਸਾਹਿਬ ਤੁਹਾਨੂੰ ਦੱਸਣਾ ਵਾ, ਮੈਂ ਯਕੀਨ ਕਰੋ ਮਾੜਾ ਜਿਹਾ ਬੰਦਾ ਮੁਲਤਾਨ ਗੁਲਗਸ਼ਤ ਦੇ ਵਿੱਚ ਇਹਨਾਂ ਦਾ ਵੱਡਾ ਮੇਨ ਹੈਗਾ। ਤੂੰ ਬੜਾ ਮਾੜਾ, ਤੇਰੀ ਇੱਧਰ ਸੁਣ, ਮੇਰਾ ਗੱਲ ਸੁਣ, ਗੱਲ ਸੁਣ, ਤੈਨੂੰ ਮੈਂ ਗੱਲ ਸੁਣਾਵਾਂ। ਜ਼ਬਾਨ ਤੇਰੀ ਜਿਹੜੀ ਉਹ ਨਹੀਂ ਚੁੱਪ ਮਾੜੀ, ਕਰਕੇ ਬੈਠਾ ਰਹਿਣਾ ਵਾ, ਸੁਣਦਾ ਰਹਿਣਾ ਵਾ। ਬੜੀ ਚੱਲਣ ਤੁਹਾਡੀ ਰਹੀ ਹੈ। ਸਾਹਮਣੇ ਤੁਸੀਂ ਕੀ ਆਂਦੇ ਹੋ ਕਿ ਭਾਈ ਸਾਰੇ ਬੁਜ਼ਦਲ ਨੇ। ਅੱਛਾ, ਮੁਲਤਾਨ ਗੁਲਗਸ਼ਤ ਦੇ ਵਿੱਚ ਇਹਨਾਂ ਦਾ ਮੇਨ ਹੈਡ ਆਫਿਸ ਹੈ ਜੀ, ਮੁਲਤਾਨ ਗੁਲਗਸ਼ਤ ਦੇ ਵਿੱਚ। ਇਹਨਾਂ ਨੇ ਬੜਾ ਵੱਡਾ ਉੱਥੇ ਆਪਣਾ ਮਰਵਾੜਾ ਬਣਾਇਆ ਹੈ। ਉਹ ਇਹਨਾਂ ਦੇ ਦਰਵਾਜ਼ੇ ਦੇ ਸਾਹਮਣੇ ਖਲੋ ਕੇ ਮੈਂ ਇਹਨਾਂ ਨੂੰ ਆਖਿਆ, ਮੈਂ ਕਿਹਾ ਤੁਹਾਡੇ ਚ ਅਗਰ ਕੋਈ ਹੈ ਬੰਦਾ ਮੇਰੇ ਨਾਲ ਗੱਲ ਕਰੋ ਤੇ ਆ ਜਾਓ, ਮੈਂ ਇੱਥੇ ਖਲੋਤਿਆ, ਮੇਰੇ ਇਕੱਲੇ ਨਾਲ ਗੱਲ ਕਰੋ। ਨਾ ਮੈਂ ਮੌਲਵੀ ਆ, ਨਾ ਕੋਈ ਮੈਂ ਹਾਫਿਜ਼ ਕੁਰਾਨ ਆ, ਨਾ ਕਾਰੀ ਆ, ਕਰੋ ਮੇਰੇ ਨਾਲ ਗੱਲ। ਉਸ ਟਾਈਮ ਇਹਨਾਂ ਦੀ ਇਬਾਦਤ ਦਾ ਟਾਈਮ, ਮੈਂ ਕਦੀ ਨਹੀਂ ਗੱਲ ਕੀਤੀ, ਕਦੀ ਨਹੀਂ ਕੀਤੀ ਗੱਲ ਹੈ। ਇਹਨਾਂ ਦੀ ਇਬਾਦਤ ਦਾ ਟਾਈਮ ਸੀ, ਸਾਰੇ ਬੰਦੇ ਨਾਲ ਇਕੱਠੇ ਹੋਏ ਸਨ। ਓਏ ਇੱਕ ਬੰਦਾ ਨਹੀਂ ਬਾਹਰ ਨਿਕਲਿਆ, ਇੱਕ ਬੰਦਾ ਨਹੀਂ ਬਾਹਰ ਨਿਕਲਿਆ। ਆ ਤੇ ਤੇਰੇ ਜੇ ਬੰਦੇ ਇੱਥੇ ਸਾਨੂੰ ਧਮਕੀਆਂ ਲਾਉਂਦੇ ਹੋ। ਔਰ ਕੱਲਾ ਗਿਆ था अपने जोरे बाजू ਤੇ ਕੱਲਾ, ਕੋਈ ਬੰਦਾ ਨਾਲ ਲੈ ਕੇ ਗਿਆ। ਤਬਲੀਗ ਤੱਕ ਨਹੀਂ ਕਰਨ ਦਿੰਦੇ, ਸਲਾਮ ਤੱਕ ਨਹੀਂ ਲੈਣ ਦੀ ਇਜਾਜ਼ਤ ਹੈ, ਤੇ ਤੇਰੇ ਨਾਲ ਉੱਥੇ ਗੱਲ ਕਿੰਨੇ ਕਰਨੀ ਸੀ? मैं बैत किदी करनी है ये दस दियो, ਉਹ ਕਿਹਨੂੰ ਮੰਨਦਾ ਮੈਂ? ਸਾਡਾ ਹੈਡ ਆਫਿਸ ਵੀ ਉੱਥੇ ਹੀ ਯਾਰ ਹੈ। ਆਪਣਾ ਤਾਹਰ मैं यार, अबू बकर मीर भाई। 2 नंबर मीर नहीं है, मैं असल तकमीर नहीं है, मैं बाहर ले जाने देना ना। ਤੁਸੀਂ ਤਾਂ ਕਫਾਰ ਨਾ ਵੀ ਯਾਰ ਹੋ ਗਏ ਮੈਨੂੰ ਉਹਨਾਂ ਨੂੰ ਪੁੱਛ ਲੈਣ ਦਿਓ, ਉਹ ਕਿੱਥੇ ਵੇ उसके ਯਾਰ? बैत किदी करनी है? मलक कैसर साहब देख लें यार, आप भी यार पूछो तो बात सही ना, नहीं करने बैत दे किदी रहे करनी आप। है? किस दी बैत वो करनी है मैं जनाब तो तार वो साहब? पूछने लगा हूं ना उनका कि वो किधर है ट्रिपल एक्स हाउस। आज बैत किस दी करनी है भाई? तार साहब किदी बैत करनी है? ਟ੍ਰਿਪਲ ਐਕਸ ਹਾਊਸ ਜਿਹੜਾ ਉਹ ਤੇਰੇ ਘਰ ਬਣਿਆ ਹੋਣਾ, वालेकुम अस्सलाम। ਉੱਥੇ ਚੱਲਦੀਆਂ ਹੋਣੀਆਂ ਟ੍ਰਿਪਲ ਐਕਸ ਵਾਲੀਆਂ। ਉਹ बैत किदी करनी है तार? ਇਹਨਾਂ ਨੇ ਉੱਥੇ ਟ੍ਰਿਪਲ ਹਾਊਸ सारा ਬਣਾਇਆ मजा ਜੀ। किरकिरा कर देता है ਉੱਥੇ ਉਹ ਜਿਹੜਾ ਨਾ ਡਾਇਮੰਡ ਮੰਡੀ ਜਿਹੜੀ ਉਹ ਡਾਇਮੰਡ ਮੰਡੀ ਦਾ ਪਤਾ ਹੀ। ਉਹ ਕਿਦੀ बैत करनी है? ਉਹ ਕਿਦੀ बैत? ਉਹ ਮੈਨੂੰ ਦੱਸੋ मैं बैत किदी करनी ਉੱਥੇ है? ਆਪਣੀ ਭੈਣ ਜਿਹੜੀ ਲੈ ਜਾ ਕੇ ਪੇਸ਼ ਕਰ ਜਾ ਕੇ, ਤੇ ਉੱਥੇ ਟ੍ਰਿਪਲ ਹਾਊਸ ਦਾ ਵੀ ਤੈਨੂੰ ਪਤਾ ਲੱਗ ਜਾਏਗਾ। ਉਹ बैत किदी ਇਹਨਾਂ ਨੂੰ करनी ਵੀ है ਦਿਓ भाई? ਇਜਾਜ਼ਤ। ਮਲਕ ਉਹਦੇ ਕਹਿੰਦੇ ਪਿੱਛੇ ਹੀ triple house ਹੈ। ਪਲੀਜ਼ ਸਾਹਿਬ ਆਏ ਨੇ, ਇਹਨਾਂ ਨੂੰ ਵੀ ਇਜਾਜ਼ਤ ਦਿਓ। ਉਹ ਅੱਛਾ बैत ਮਲਕ किदी ਸਾਹਿਬ करनी ਮੈਨੂੰ है? ਆਪਣਾ ਮਤਲਬ ਕੈਸਰ ਸਾਹਿਬ ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ, ਕੋਈ ਵੀ ਗੱਲ ਹੁੰਦੀ ਹੈ ਵਿੱਚ ਆਪਣੀ ਭੈਣ ਨੂੰ ਲੈ ਆਉਂਦੇ ਨੇ। ਯਾਰ ਅਸੀਂ ਤੁਹਾਡੀਆਂ ਭੈਣਾਂ, ਅਸੀਂ ਵੀ ਭੈਣਾਂ ਨੂੰ ਸਮਝਦੇ ਹਾਂ, ਕਿਉਂ ਆਪਣੀਆਂ ਭੈਣਾਂ ਨੂੰ ਲੈ ਆਉਂਦੇ ਹੋ? ਤੁਹਾਡੇ ਸਾਰੇ ਕੋਲ ਹੀ ਹੈ। ਉਹ ਸਾਡੀਆਂ ਭੈਣਾਂ ਅੱਗੇ ਆਪਣੀਆਂ ਭੈਣਾਂ ਨੂੰ ਪੇਸ਼ ਕਰ ਦਿਓ। ਤੁਹਾਨੂੰ ਤਾਂ ਆਪਣੀਆਂ ਮਾਵਾਂ ਭੈਣਾਂ ਦੀ ਇਹ ਆਪਣੇ ਤੂੰ ਫਿਰ ਭੈਣ ਦੇ ਆਨੇ, ਮੇਰੀ ਭੈਣ ਦਾ ਨਾਮ ਲੈ ਲੈ, ਕਿਉਂ ਆਪਣੀ ਭੈਣ ਨੂੰ ਬੁਲਾਉਂਦਾ ਵਿੱਚ? ਉੱਥੇ ਇਹਨੂੰ ਗੱਲ ਕੋਈ ਹੈ, ਭੈਣ ਦੇ ਵਿੱਚ ਲੈ ਆਉਂਦੇ। ਭਾਈਓ ਮੈਨੂੰ ਦੱਸੋ मैं बैत किदी करनी है यार? बैत किदी करनी है? ਮੈਨੂੰ ਬੁਲਾ ਰਹੇ ਨੇ बैत। ਪੀਰ ਦੀ ਸਰਿਆਮ ਜਨਾਨੀਆਂ ਨੂੰ ਭਾ ਕੇ ਉੱਥੇ
ਨੌਜਵਾਨ ਔਰਤਾਂ ਅੱਛਾ ਯਾਰ ਉਹ ਬੈਤ ਕਿੱਦੀ ਕਰਨੀ ਹੈ ਇਹ ਤੂੰ ਦੱਸ ਦੇ। ਕੈਸਰ ਸਾਹਿਬ ਤੁਸੀਂ ਕਰਨੀ ਹੈ ਉਹਨਾਂ ਨੂੰ ਬੱਚੇ ਕਿ ਦੇ ਜਿਹੜਾ ਰਿਹਾ। ਟ੍ਰਿਪਲ ਐਕਸ ਦਾ ਜਿਹੜਾ ਵੇ ਨਾ ਸਦਰ ਉਹਦੀ ਕਰਨੀ ਹੈ। ਨਾ ਯਾਰ ਨਾ ਇੰਜ ਕਰੋ ਯਾਰ, ਮਲਕ ਸਾਹਿਬ ਨੂੰ ਜਵਾਬ ਲੈ ਲੈਣ ਦਿਓ। ਯਕੀਨ ਕਰੋ ਕੱਲ ਤੋਂ ਵਿਚਾਰੇ ਤੜਪ ਰਹੇ ਨੇ ਕਿ ਮੈਨੂੰ ਮੈਂ ਬੋਲਣਾ ਕੱਲ ਤੂੰ ਤੜਪ ਰਿਹਾ, ਮੈਨੂੰ ਬੈਤ ਕਰਨ ਦਿਓ, ਮੈਨੂੰ ਬੈਤ ਕਰਨ ਦਿਓ। ਮੈਂ ਕਿੱਦੀ ਬੈਤ ਕਰਨੀ ਹੈ ਤਾਰ ਮਲਕ ਸਾਹਿਬ? ਸਾਹਿਬ ਤੁਹਾਡਾ ਮਸਲਾ ਬੈਠ ਤੇਰੀ ਨਹੀਂ ਤੇ ਹੈ, ਨਹੀਂ ਤੁਹਾਡਾ ਅਸੀਂ ਮਸਲਾ ਹੈ ਬੱਕਰਾ। ਬਾਤ ਕरें ਤੇਰੀ ਤਾਂ ਬਾਤ ਹੀ ਨਹੀਂ ਜਿਹੜੀ ਹੋਣੀ ਹੈ ਪਾਸ। ਤੇਰੀ ਤਾਂ ਬਾਤ ਕਰਨ ਕੈਸਰ ਸਾਹਿਬ ਕੈਸਰ ਸਾਹਿਬ ਤੁਸੀਂ ਮੇਰੀ ਬੈਠ ਕਰ ਲਓ। ਇੰਨੇ ਦਿਨ ਹੋ ਗਏ ਤੁਹਾਨੂੰ ਕੋਲ ਮਦਦ ਸਾਹਿਬ ਦੀ ਸੰਭਾਲਿਆ ਜਾ ਰਿਹਾ। ਅੱਜ ਵੀ ਚਲੋ ਮੈਂ ਸੰਭਾਲਿਆ, ਤੁਸੀਂ ਕਿਹੜਾ ਸੰਭਾਲਿਆ, ਮੇਰੀ ਬੈਠ ਕਰੋ। ਹੋਣੀ ਉਹ ਤਾਹਿਰ ਬਾਤ ਕਰੇਗਾ ਵੀ ਤੇ ਉਹ 10 ਸਾਲ ਤੁਸੀਂ- ਸੋਚੀ ਜਾਏਗੀ ਕਿ ਤੁਸੀਂ ਮਲਕ ਨੇ ਕਿਸ ਦੀ- ਬਾਤ ਕੀਤੀ ਹੈ ਤੇ ਅਸੀਂ ਉਹਨੇ ਤੁਸੀਂ ਕਿਸ ਦੀ ਕੀਤੀ ਹੈ? ਤੁਸੀਂ ਕਿਸ ਦੀ ਬੈਤ ਕੀਤੀ ਹੈ? ਅੱਗੇ ਤੁਸੀਂ ਇੱਕ ਮਰਜ਼ੈਨ ਦੀ ਬੈਤ ਕੀਤੀ ਜੇ ਉਹ ਥੋੜੀ ਜੇ ਕਫਾਰ ਬੰਦੇ ਨੇ ਉਹਨਾਂ ਦੀ ਬਾਤ ਕਿੱਥੇ ਕਬੂਲ ਹੁੰਦੀ ਹੈ? ਜਮਾਤ ਕਿਸ ਦੀ ਇਹਦੀ ਕੀਤੀ ਹੈ ਜਿਹੜੀ ਬਾਤ? ਗੁਜ਼ਰੀ ਕਿ ਤੁਹਾਡੇ ਦੇ ਲੋਕਾਂ ਨੂੰ ਲੈ ਜਾਏ। ਦੇਖ ਲਓ ਭਾਈ ਕਿੱਡੀ ਹਿੰਮਤ ਆ। ਕੱਲੇ ਤਾਹਿਰ ਸਾਹਿਬ 3 ਬੰਦਿਆਂ ਦੇ ਜਵਾਬ ਦੇ ਰਹੇ ਨੇ। ਦੇਖ ਲਓ ਹਿੰਮਤ। ਤੁਸੀਂ ਕਿੱਦੀ ਬੈਤ ਕੀਤੀ ਹੈ? ਇਹਨਾਂ ਦੇ ਪੱਲੇ ਹੀ ਕੁਛ ਨਹੀਂ। ਇਹਨਾਂ ਦੇ ਪੱਲੇ ਨੇ ਦਿੱਤਾ, ਫਲਾਣੇ ਨੇ ਦਿੱਤਾ, ਉਹ ਬਰੇਲਵੀ ਨੇ ਉਹਦੇ ਤੇ ਫਤਵਾ ਲਾਤਾ, ਦਿਓਬੰਦੀ ਨੇ ਕਿਸੇ ਤੇ ਲਾਤਾ ਜੀ। ਉਹ ਚਲੋ ਜੀ ਉਹ ਆਮਦੀ ਨੇ ਅੰਡ ਕਰਤਾ, ਉਹਨੂੰ ਜਾ ਅਹਿਮਦੀਆ ਨੇ ਸਭ ਤੇ ਲਾਤਾ। ਕਰ ਦੋ ਜੀ, ਫਲਾਣਾ ਕਰ ਦੋ। ਕੁਰਾਨ ਪਾਕ ਦੀਆਂ ਆਇਤਾਂ ਕਿਸੇ ਦੇ ਬੂਹੇ ਅੱਗੇ ਸੁੱਟ ਕੇ ਉਹਦੀਆਂ ਦੁਕਾਨਾਂ ਜਲਾ ਦੋ, ਉਹਦਾ ਕਾਰੋਬਾਰ ਤਬਾਹ ਕਰ ਦੋ। ਐ ਠੀਕ ਹੈ ਨਾ ਕੰਮ ਤੁਹਾਡਾ, ਤੁਸੀਂ ਬਾਜ਼ ਨਹੀਂ ਆਂਦੇ। ਉਹ ਯਾਰ ਪੂਰੀ ਇਹ ਦੁਨੀਆ ਦੇ ਵਿੱਚ ਬਾਤ ਤੇਰੇ ਕਿਹੜਾ ਟਿਕਣਾ ਨੂੰ ਹੱਥ ਲਾ ਲਿਆ ਤੇ ਜਿਹੜੇ ਬਾਤ ਨਹੀਂ ਆਉਂਦੇ। ਮੈਨੂੰ ਗਾਲ ਨਾ ਕੱਢੋ, ਫਿਰ ਮੈਂ ਇੱਥੇ ਗਾਲਾਂ ਕੱਢੀਆਂ ਸ਼ੁਰੂ ਕੀਤੀਆਂ ਨਾ ਤੇ ਤੁਹਾਨੂੰ ਛੱਪਣ ਦੀ ਜਗ੍ਹਾ ਨਹੀਂ ਮਿਲਦੀ। ਸਮਝ ਆਈ? ਨਾ ਮਲਕ ਸਾਹਿਬ ਗਾਲ ਨਾ ਕੈਸਰ ਸਾਹਿਬ ਗਾਲ ਨਹੀਂ ਕਰਨੀ, ਮਤਲਬ ਕੈਸਰ ਸਾਹਿਬ ਗਾਲ ਨਹੀਂ ਕਰਨੀ। ਉਹ ਹਰਾਮ ਹੈ। ਮਲਕ ਇਹ ਗਾਲਾਂ ਕੱਢ ਕੇ ਕੰਨ ਨਾਲ ਕਲਾਮ ਕਰਨਾ ਵੀ ਜਿਹੜਾ ਉਹ ਹਰਾਮ ਹੈ। ਅੱਛਾ ਇਹ ਤੁਹਾਨੂੰ ਕਿਹਨੇ ਕਿਹਾ ਹੈ? ਨਹੀਂ ਕਰਦੇ। ਇਹ ਤੈਨੂੰ ਕਿਹਨੇ ਹਸਾਨੀ ਕਿਹਾ ਹੈ? ਸਾਹਿਬ ਦਾ ਹੌਸਲਾ ਜਿਹੜਾ ਤੁਹਾਡੇ ਜੇ ਲੋਕਾਂ ਨੂੰ ਭਾ ਕੇ ਤੇ ਉਹ ਗੱਲਾਂ ਬਾਤਾਂ ਕਰਾਉਂਦੇ ਰਹਿੰਦੇ ਨੇ, ਤੇ ਹੁਣ ਕੱਲ ਨੂੰ ਉਹਨਾਂ ਦਾ ਵੀ ਫਤਵਾ ਲਾ ਦੋ ਸ਼ਾਤਮੀਅਤ ਅੱਛਾ ਦਾ। ਇਹ ਦੱਸੋ ਕਿ ਤੁਸੀਂ ਕਿਸ ਦੀ ਬੈਤ ਕੀਤੀ ਹੈ? ਇਹ ਦੱਸੋ। ਅਸੀਂ ਅੱਲਾਹ ਦੇ ਫਜ਼ਲ ਨਾਲ ਪਦੈਸ਼ੀ ਆਮਦੀ ਆ। ਉਹ ਬੈਤ ਕਿਹਦੀ ਕੀਤੀ ਤੁਸੀਂ ਸੀ? ਮਤਲਬ ਪੁੱਛ ਲਓ ਵੀ ਕੀ ਹੈ। ਅੱਛਾ ਸਾਡੇ ਬੈਤ ਸਾਡੇ ਕਿਹਦੀ ਪਟਵਾਦੇ ਆਮਦੀ ਸਨ ਤੇ ਅਸੀਂ ਵੀ ਅੱਗੋਂ ਆਮਦੀ ਆ। ਬੈਤ ਕਿਹਦੀ ਕੀਤੀ ਹੈ? ਕੀ ਬੈਤ ਕੀਤੀ ਹੈ ਤੁਸੀਂ? ਉਹ ਤੈਨੂੰ ਹਸਾਨੀ ਸਾਹਿਬ ਦੱਸ ਦਿੰਦੇ ਨੇ, ਮੈਂ ਤੇਰੀ ਕਿਸੇ ਉਹ ਗੱਲ ਦਾ ਤੁਸੀਂ ਜਵਾਬ ਬੈਤ ਕੀਤੀ ਤੇ ਦੱਸਣਗੇ ਸੈਣੀ ਸਾਹਿਬ। ਬੈਤ ਤੁਸੀਂ ਕੀਤੀ ਹੈ? ਹਾਂ ਕਿਹਦੀ ਬੈਤ ਕੀਤੀ ਜੇ? ਉਹ ਤੈਨੂੰ ਪਤਾ ਨਹੀਂ ਲੱਗਦਾ। आप हैं हुसैनी साहब, आप हैं? जी ਨਹੀਂ जी ਉਹ ਨਹੀਂ ਹੈ। जी मैं मलक साहब वाले ਤੂੰ ਜਿਹੜਾ ਮਸਲਕ ਨਾਲ ਵਾਲੇ ਹੈ ਤੂੰ ਦੱਸ ਵੀ ਤੂੰ ਉੱਥੇ ਬੈਠ ਕੀਤੀ ਸੀ। अस्सलाम वालेकुम मैं हुसैनी ਮੈਂ साहब। ਨਬੀ ਪਾਕ ਸੱਲੱਲਾਹੁ जी ਅਲੈहि ਵਸੱਲਮ ਦੀ ਬੈਤ वालेकुम ਕੀਤੀ ਹੈ। सलाम जी हुसैनी साहब कितना सो रहे हो? जी मैं हाजिर हूँ जी। अच्छा ਹਸਾਨੀ ਸਾਹਿਬ ਮਲਕ ਕੈਸਰ ਨੂੰ ਦੱਸਿਓ ਬੈਤ ਕਰਨ ਦਾ ਤਰੀਕਾ। जी ठीक है जी मैं दस दूँ। ਮੇਰੇ ਉਹ ਨਹੀਂ ਸੈਣੀ ਸਾਹਿਬ ਮੈਨੂੰ ਦੱਸੋ ਕਿ ਕੋਈ ਨਬੀ ਆਇਆ ਹੈ ਦੁਨੀਆ ਦੇ ਜਿਹਦੀ ਮੈਂ ਬੈਤ ਕਰਨੀ ਹੈ? नहीं ਬਾਅਦ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ कोई नहीं। ਕੋਈ ਬੰਦਾ ਦੁਨੀਆ ਤੇ ਆਇਆ ਜਿਹਦੀ ਮੈਂ ਬੈਤ ਕਰਨੀ? ਅੱਲਾਹ ਤਾਲਾ ਜਦ ਤੈਨੂੰ ਨਬੀ ਕੋਈ ਨਹੀਂ ਆਇਆ ਤਾਂ ਬੈਤ ਕਿਹਦੀ ਕਰਨੀ ਹੈ? कोई नहीं। ਫਿਰ ਕਿਹਦੀ ਬੈਤ ਨਬੀਆਂ ਤੋਂ ਕਰਨੀ ਹੈ? ਬਗੈਰ ਹੀ ਤੇ ਤੁਹਾਡਾ ਸਲਾਮ ਚੱਲੀ ਜਾਂਦਾ ਕਿ मिर्जा साहब ने अपनी नबूत की कोई बैत नहीं ली। ਵਾਹ ਜੀ ਵਾਹ, ਇਹ ਗੱਲ ਹੈ ਸਾਰੀ। ਇੰਨੀ ਜੀ ਗੱਲ ਸੀ। ਦੇਖੋ ਕਿ ਇੱਕ 5 ਸੈਕਿੰਡ ਹੀ ਜਵਾਬ ਆ ਗਿਆ। ਆਏ ਬਾਏ ਸ਼ਾਏ ਆਏ ਬਾਏ ਸ਼ਾਏ। ਤਾਹਿਰ ਅਮਜਦ ਸਾਹਿਬ ਅੱਜ ਕੀ ਖਾ ਕੇ ਆਏ ਹੋ ਯਾਰ? ਕੋਈ ਮਤਲਬ ਕੋਈ ਐਸੀ ਸ਼ੈ ਵਾ ਜਿਹੜੀ ਮਤਲਬ ਰੁਕਦੀ ਨਹੀਂ ਪਈ ਯਾਰ? ਥੋੜੀ ਦੇਰ ਮਿਊਟ ਵੀ ਲਾ ਲਓ ਖੁਦਾ ਦਾ ਵਾਸਤਾ ਯਾਰ। ਕੋਈ ਹੋਰ ਵੀ ਬੈਠੇ 6 ਬੰਦੇ ਯਾਰ। ਹੁਸੈਨੀ ਨਹੀਂ ਸਾਹਿਬ ਅਸੀਂ ਤਾਂ ਨਹੀਂ ਲਾਇਆ ਤੇ ਗੱਲ ਕੀ ਕਰਨ ਦੇ ਨੇ। ਹੁਸੈਨੀ ਮਿਰਜ਼ਾ ਸਾਹਿਬ ਸਾਹਿਬ ਨੇ ਆਪਣੀ ਨਬੂਵਤ ਦੀ ਕਿਸੇ ਦੇ ਕੋਲੋਂ ਬੈਤ ਹੀ ਨਹੀਂ ਲਈ जी ਤੇ ਤੁਸੀਂ ਮੈਨੂੰ ਕਹਿੰਦੇ ਹੋ ਬੈਤ ਕਰ ਲੈ, ਬੈਤ ਕਰ ਲੈ, ਬੈਤ ਕਰ ਲੈ। ਇਹ ਗੱਲ ਹੈ ਸਾਰੀ। जी जी ਖਿਲਾਫਤ ਦੀ ਬਿਲ ਬੈਤ ਹੁੰਦੀ ਹੈ ਨਬੂਤ ਦੀ ਨੇ। ਕਿਉਂ ਸਰ ਸਾਹਿਬ ਖਿਲਾਫਤ ਦੀ ਬੈਤ ਹੁੰਦੀ ਨਾ? ਖਿਲਾਫਤ ਦੀ ਬੈਤਾ ਮਲਕ ਸਾਹਿਬ ਅੱਜ मैं तो ਤੁਹਾਡੀ ਆਪਣੀ ਮਰਜ਼ੀ ਹੈ ਜਿੰਨੀ ਮਰਜ਼ੀ ਕਰ ਲਓ। ਇਹ ਅਕਬਰ ਖਾਨ ਸਾਹਿਬ ਆ ਗਏ ਨੇ। जी ਸੈਣੀ ਸਾਹਿਬ ਇਹਨਾਂ ਨੇ ਮੈਨੂੰ ਮਸ਼ਵਰਾ ਦਿੱਤਾ ਹੈ ਕਿ ਉੱਥੇ ਜਾਓ ਤੇ ਤਮਸ਼ੀਰ ਦਾ ਖਾਣਾ ਖਾਓ। तबशीर तबशीर ਤਬਸ਼ੀਰ ਜਾਂ ਤਮਸ਼ੀਰ? नहीं तब ते बे तब ਤਬਸ਼ੀਰ ਤਮਸ਼ੀਰ ਦੇ ਖਾਣੇ ਸ਼ਾਨੇ ਖਾਓ, ਜਰਾ ਯਾਸ਼ੀ ਮੈਸ਼ੀ ਮਾਰੋ ਤੇ ਰਿਸਰਚ ਕਰੋ ਕੀ ਮਸਲਾ ਹੈ। ਉਹ ਕਹਿ ਰਹੇ ਸੀ ਤੁਸੀਂ ਉਦੋਂ ਦਾ ਸੋਚ ਰਹੇ, ਤੁਸੀਂ ਉਦੋਂ ਦੇ ਪੁੱਛ ਰਹੇ ਹੋ ਕਿ ਬੈਤ ਕਿਹਦੀ ਕਰਨੀ ਹੈ? ਮੈਂ ਉਦੋਂ ਦਾ ਪੁੱਛ ਰਿਹਾ ਬੈਤ ਕਿਹਦੀ ਕਰਨੀ ਮੈਨੂੰ ਬੰਦਾ नहीं बैत ਜਿਹੜੀ ਹੈ ਨਾ ਉਹ ਰਸਾਲਾ ਵਸੀਅਤ ਵਿੱਚ ਮਿਰਜ਼ਾ ਸਾਹਿਬ ਦੀ ਬੈਤ ਲਿਖੀ ਹੈ। ਕਿਸੇ ਖਲੀਫੇ ਸ਼ਲੀਫੇ
दी बैत नहीं है। मिर्जा साहब ने लिखा है कि 40 मोहम्मद मिलकर मेरे नाम पर बैत ले लिया करे उस वक्त तक जब तक तुम में रूहुल कुदस पाकर अगला वजूद यानी कि खलीफतुर रसूल ना आ जाए। तो किसी खलीफे शलीफे का कोई निजाम नहीं है क्योंकि मुजद्दद का कोई खलीफे नहीं होते। ਨਵਾਂ ਮਜਹਦ ਆ ਗਿਆ ਮੁਸਲਮਾਨਾਂ ਦਾ ਤੇ ਸਾਨੂੰ ਫਿਰ ਇਜਾਜ਼ਤ ਹੀ ਸਾਨੀ ਸਾਹਿਬ ਲੈਣੀ ਚਾਹੀਦੀ ਨਾ ਹੈ ਨਾ ਤਾਰ ਸਾਹਿਬ ਹੁਣ ਤੇ नहीं नहीं ताहिर साहब तुसी इत्थे रहो ਅਸੀਂ ਗੁਫ਼ਤਗੂ ਕਰਨੀ ਆ। ਨਹੀਂ ਅਸੀਂ ਭਾਈ ਗੁਫ਼ਤਗੂ ਨਹੀਂ ਕਰਦੇ ਤੁਸੀਂ ਕਰੋ ਤਾਹਰ ਸਾਹਿਬ ਮੇਰਾ ਸਵਾਲ ਦੇ ਜਵਾਬ ਦੇਣ ਤੋਂ ਬਗੈਰ ਨਹੀਂ ਜੇ ਜਾਣਾ। ਯਾਰ ਇੱਕ ਮਿੰਟ ਸਿੱਖਣ ਤੇ ਦਿਓ ਨਾ ਯਾਰ। ਅਕਬਰ ਸਾਹਿਬ ਮੁਜੱਦਦ ਕੋਈ ਆਇਆ ਹੈ? ਉਹ ਚਲੇ ਗਏ ਉਮਤ ਚ ਕਿ ਨਹੀਂ ਆਇਆ? हाँ जी मुजद्दद ने जिन्हें दावा किया वही मुजद्दद आया ना जिवें मिर्जा साहब मुजद्दद मार्च 1882 में। मुजद्दद मिर्जा साहब तो शुरू होए नहीं या पहले भी है? नहीं नहीं पहली सदी तो शुरू होए ने हज़रत उमर बिन अब्दुल अजीज पहली सदी च कौन है मुजद्दद? ये मिर्जा साहब ने जवाब दिता वे कि उन्होंने किसी ने पूछा है सुन लो सदी साहब गल सुन लो। रसूलुल्लाह ने फरमाया कि जदों भी मुजद्दद की गल होवे तो मिर्जा साहब ਨੂੰ ਪੁੱਛਿਓ या रसूलुल्लाह ने खुद कोई गल मुजद्दद ਦੇ मुतलक फरमाई है? हदीस फरमाई है ना रसूल ਤੁਹਾਨੂੰ ਅੱਜ ਤੱਕ ਨਹੀਂ ਪਤਾ ਚੱਲਿਆ? ਕਈ ਦਫਾ ਤਾਰਿਕ ਚੌਹਾਨ ਸਾਹਿਬ ਨੇ ਦੱਸੀ ਤੁਹਾਨੂੰ ਮੈਂ ਖੁਦ ਸੁਣਦਾ ਰਿਹਾ। ਅੱਛਾ ਮਤਲਬ ਹਦੀਸ ਨੂੰ ਪੜਨ ਵਾਸਤੇ ਤਾਰਿਕ ਚੌਹਾਨ ਸਾਹਿਬ ਨੂੰ ਮਿਲਣਾ ਜ਼ਰੂਰੀ ਹੈ ਜਾਂ ਉਹਦੇ ਬਗੈਰ? ਨਹੀਂ ਤੁਸੀਂ ਖੁਦ ਪੜ ਲਓ ਮੈਂ ਤੁਹਾਨੂੰ ਭੇਜ ਦਿੰਦਾ। WhatsApp ਮੈਨੂੰ ਆਪਣਾ ਨੰਬਰ ਦਿਓ ਮੈਂ ਤੁਹਾਨੂੰ ਭੇਜ